ਅੱਜ ਆਪਾਂ 878 ਚਰਨਜੀਤ ਜੀ ਤੁਹਾਡਾ ਮਾਈਕ ਬੰਦ ਕਰ ਦੇਣਾ ਪਲੀਜ਼। ਮੈਂ ਭਾਜੀ ਇੱਕ ਗੱਲ ਐਡ ਕਰਨ ਲੱਗਾ ਸੀ ਕਿ ਆਪਣੇ ਪਹਿਲਾਂ ਮੇਰੀ ਟਾਈਮ ਨਹੀਂ ਲੱਗਾ ਕਿ ਕਬੀਰ ਸਾਹਿਬ ਦਾ ਇੱਕ ਮਸਕੀਨ ਹੁਨਾਂ ਨੇ ਸਭ ਤੋਂ ਜ਼ਿਆਦਾ ਬਾਣੀ ਹੈ, ਮਤਲਬ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਮਤਲਬ ਭਗਤਾਂ ਦੇ ਵਿੱਚ ਦਿੱਤੀ ਆ। ਔਰ ਉਹਨਾਂ ਦਾ ਇੱਕ ਰੋਜ਼ ਦਾ ਦਿਨ ਮਾਰ ਦਾ ਕੀ ਮਤਲਬ ਹੋਣਾ ਚਾਹੀਦਾ ਸੀਗਾ, ਕੀ ਕਿਰਿਆ ਹੋਣੀ ਚਾਹੀਦੀ ਰੋਜ਼ ਦੀ, ਮਤਲਬ ਉਹ ਅੱਧੇ ਘੰਟੇ ਦਾ ਐਪੀਸੋਡ ਆ। ਮੈਂ ਅੱਗੇ ਵੀ ਪਾਇਆ ਸੀਗਾ, ਜਿਹੜੀਆਂ ਹੁਣੇ ਆਪਾਂ ਗੱਲਾਂ ਬਾਤਾਂ ਕਰਕੇ ਹਟੇ ਨਾ, ਉਹਦੇ ਵਿੱਚ ਬਹੁਤ ਵਧੀਆ ਕਬੀਰ ਸਾਹਿਬ ਮਤਲਬ ਮਸਕੀਨ ਜੀ ਐਕਸਪਲੇਨ ਕਰਦੇ ਆ ਕਿ ਕੀ ਤੇਰਾ ਜਿਹੜਾ ਮਤਲਬ ਰੋਜ਼ ਦਾ ਦਿਨਚਰਿਆ ਕੀ ਹੋਣੀ ਚਾਹੀਦੀ ਹੈ, ਕਿੱਦਾਂ ਤੈਨੂੰ ਮਤਲਬ ਕਿ ਜਿਹੜੇ ਮਨ ਦੇ 5 ਪੁੱਤਰ ਆ ਔਰ ਜਿਹੜੇ ਸਰੀਰ ਦੇ ਆ ਸਥੂਲ ਸਰੀਰ ਦੇ ਮਤਲਬ 5 ਪੁੱਤਰ ਜਾਂ 1-2 ਜਿੰਨੇ ਵੀ ਪੁੱਤ ਪੈਦਾ ਹੁੰਦੇ ਆ, ਉਹਨਾਂ ਦੇ ਵਿੱਚ ਕੀ ਡਿਫਰੈਂਸ ਹੈ। ਔਰ ਜਿਹੜੇ ਮਨ ਦੇ ਤੇਰੇ 5 ਪੁੱਤਰ ਆ ਮਤਲਬ ਸੂਖਸ਼ਮ ਸਰੀਰ ਦੇ, ਉਹਨਾਂ ਨੂੰ ਕਿੱਦਾਂ ਤੂੰ ਕਾਬੂ ਮਤਲਬ ਉਹਨਾਂ ਦਾ ਕਿੱਦਾਂ ਜਪ ਦੇ ਨਾਲ ਤਪ ਦੇ ਨਾਲ ਉਹਨਾਂ ਦਾ ਨਾਸ਼ ਕਰਨਾ ਆ। ਔਰ ਜਿਹੜੇ ਦੁਨਿਆਵੀ ਪੁੱਤਰ ਆ ਜਿਹੜੇ ਮਤਲਬ ਆਪਣੇ ਸਥੂਲ ਸਰੀਰ ਤੋਂ ਪੈਦਾ ਹੁੰਦੇ, ਜਿੰਨਾ ਮਤਲਬ ਅਸੀਂ ਜ਼ਿਆਦਾ ਵਾਰੀ ਕਰਦੇ ਹਾਂ, ਬਟ ਉਹ ਅੱਧੇ ਘੰਟੇ ਦਾ ਐਪੀਸੋਡ ਸਾਰੀ ਸੰਗਤ ਨੂੰ ਮਤਲਬ ਬੇਨਤੀ ਆ ਮੈਂ ਪਾਉਣ ਲੱਗਾ ਕਿ ਗੁਰਬਾਣੀ ਵਿਚਾਰ ਚੋਂ ਲਿਸਨ ਕਰਿਓ, ਬੜੀ ਕੰਮ ਦੀ ਚੀਜ਼ ਹੈ ਉਹਦੇ ਵਿੱਚ, ਪਤਾ ਕਲੀਅਰ ਬਹੁਤ ਕੁਝ ਚੀਜ਼ਾਂ ਕਲੀਅਰ ਹੋ ਜਾਂਦੀਆਂ। ਓਕੇ ਜੀ, ਸ਼ੁਕਰੀਆ ਜੀ, ਥੈਂਕ ਯੂ। ਆਪਾਂ ਰਾਮਕਲੀ ਰਾਗ ਦੇ ਵਿੱਚ ਜਿਹੜਾ ਹੈਗਾ ਪਹਿਲੀ ਪਾਤਸ਼ਾਹੀ ਦੇ ਜਿਹੜੇ 11 ਸ਼ਬਦ ਸੀਗੇ ਉਹਨਾਂ ਦੇ ਵਿੱਚ ਆਪਾਂ ਨੇ ਮੇਰੇ ਖਿਆਲ 7 ਕਰ ਲਏ ਸੀ। ਹਾਂਜੀ 7 ਸ਼ਬਦ ਕਰ ਲਏ ਸੀਗੇ। 8ਵੇਂ ਤੋਂ ਸ਼ੁਰੂ ਕਰ ਰਹੇ ਹਾਂ ਆਪਾਂ ਉਹ ਲੜੀ। 8ਵਾਂ ਸ਼ਬਦ ਆਪਾਂ ਲੈ ਰਹੇ ਹਾਂ ਉਹਦੇ ਵਿੱਚ, ਅਤੇ ਮਹਾਰਾਜ ਨੇ ਉਹਦੇ ਵਿੱਚ ਕਿਹਾ ਸੀਗਾ 7ਵੇਂ ਸ਼ਬਦ ਦੇ ਵਿੱਚ ਵੀ ਸੁਰਤੀ ਸੁਰਤ ਰਲਾਈਏ ਏਤ ਤਨ ਕਰ ਤੁਲਹਾ ਲੰਘੇ ਜੇਤ। ਇਹ ਤਨ ਮਿਲਿਆ, ਸਰੀਰ ਮਿਲਿਆ ਤੈਨੂੰ, ਇਹ ਬਾਰੀ ਮਿਲੀ ਹੈ ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਇਹਨੂੰ ਤੁਲਹਾ ਬਣਾ ਲਾ। ਇਹਦੇ ਨਾਲ ਜਿਹੜਾ ਹੈਗਾ ਇਹ ਸਰੀਰ ਦੇ ਨਾਲ ਹੀ ਪਿਆਰਿਆ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ। ਅੰਤਰ ਭਾਏ ਤਿਸੇ ਤੂੰ ਰੱਖ ਅਹਨਿਸ ਦੀਵਾ ਬਲੇ ਅਥਕ। ਤੇਰੇ ਅੰਦਰ ਪ੍ਰਾਣ ਸ਼ਕਤੀ ਦਿੱਤੀ ਹੈ ਮਾਲਕ ਪਰਮਾਤਮਾ ਨੇ, ਉਹਨੂੰ ਜਿਹੜਾ ਹੈਗਾ ਬ੍ਰਹਮ ਜੋਤ ਦੇ ਵਿੱਚ ਕਨਵਰਟ ਕਰ। ਇਹ ਪ੍ਰਾਣ ਸ਼ਕਤੀ ਨੂੰ ਜਿਹੜਾ ਹੈਗਾ ਥੱਲੇ ਇੰਦਰੀਆਂ ਦੇ ਵਿੱਚ ਜਿਹੜਾ ਹੈਗਾ ਨਾ ਜਾਇਆ ਕਰ। ਇਹ ਉੱਪਰ ਪ੍ਰਾਣ ਸ਼ਕਤੀ ਜਾਂਦੀ ਹੈ ਜਦ ਜਿਹੜੀ ਹੈਗੀ ਆ, ਅਤੇ ਤਾਂ ਜਾ ਕੇ ਬ੍ਰਹਮ ਜੋਤ ਜਗਦੀ ਹੈ। ਔਰ ਉਹ ਜਿਹੜੀ ਹੈਗੀ ਫਿਰ ਜਿਹੜੀ ਹੈਗੀ ਸਾਰਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੀਆਂ ਇਹ ਅੱਗਾਂ ਹੈਗੀਆਂ ਇਹਨਾਂ ਨੂੰ ਉਹ ਨਸ਼ਟ ਕਰਦੀ ਹੈ, ਮਨ ਨੂੰ ਪਾਵਰ ਦਿੰਦੀ ਹੈ। ਸੰਸਕਾਰ ਉਹਦੇ ਨਾਲ ਮਿਟਣੇ ਆ ਸਾਰੇ। ਇਹ ਅਮਲ ਜਿਹੜੇ ਆਪਾਂ ਨੂੰ ਲੱਗੇ ਹੋਏ ਆ ਅਮਲ ਉਹਦੇ ਨਾਲ ਖਤਮ ਹੋਣੇ। ਇਹ ਜਿਹੜਾ ਡਿਲੀਟ ਵੱਜਣਾ ਹੈਗਾ ਆਪਣੇ ਜਿਹੜੀ ਹੈਗੀ ਹਾਰਡ ਡਰਾਈਵ ਨੂੰ ਉਹਦੇ ਨਾਲ ਵੱਜਣਾ ਹੈ। ਬਿਲਕੁਲ ਠੀਕ ਹੈ ਜੀ। ਉਹ ਇੱਕ ਕਿਤੇ ਬੰਦਾ ਇਹ ਨਾ ਸਮਝ ਲੈ ਵੀ ਮੇਰੇ ਪਹਿਲਾਂ ਮਾੜੇ ਕਰਮ ਕੀਤੇ ਆ ਤੇ ਹੁਣ ਮੈਂ ਚੰਗੇ ਕਰ ਲਾਂ ਤੇ ਸ਼ਾਇਦ ਵੀ ਨਿਊਟਰਲਾਈਜ਼ ਹੋਣ। ਉਹਨਾਂ ਦੋਨਾਂ ਦੀਆਂ ਡਾਇਰੈਕਸ਼ਨਾਂ ਅਲੱਗ-ਅਲੱਗ ਹੈ, ਮਨ ਦੇ ਦੋਨੋਂ ਪਾਸੇ ਅਲੱਗ-ਅਲੱਗ ਨੇ, ਤੇ ਉਹ ਜਿਹੜਾ ਡਿਲੀਟ ਵੱਜਣ ਦਾ ਸਿਰਫ ਸਮਾਧੀ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ, ਕੋਈ ਹੱਲ ਨਹੀਂ, ਧਿਆਨ ਸਿਮਰਨ ਤੋਂ ਬਿਨਾਂ ਕੋਈ ਹੱਲ। ਹਾਂ, ਔਰ ਇੱਕ ਚੀਜ਼ ਹੋਰ ਹੈਗੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ 5 ਜਿਹੜੇ ਹੈਗੇ ਜਦ ਤੱਕ ਤੁਹਾਡਾ ਵਿਚਾਰ ਮੰਡਲ ਤੋਂ ਕ੍ਰਾਸ ਨਹੀਂ ਹੋਏ ਤਦ ਤੱਕ ਇਹਨਾਂ ਨੇ ਤੁਹਾਡੇ ਨਾਲ ਰਹਿਣਾ ਹੈ। ਬਸ ਆਹੀ ਤਾਂ ਖੇਡ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਇਹ ਮਾਲਕ ਦੇ ਪਾਏ ਹੋਏ ਆ, ਮਾਲਕ ਦੇ ਪਾਏ ਹੋਏ। ਘਬਰਾਉਣਾ ਨਹੀਂ ਹੈਗਾ। ਬਸ ਜੇ ਇਹਨਾਂ ਨੇ ਡੇਗ ਦਿੱਤਾ ਉਸੇ ਵੇਲੇ ਉੱਠ ਜਾਓ, ਕੱਪੜੇ ਨਾ ਝਾੜੋ, ਉੱਠ ਕੇ ਫਿਰ ਲੱਗ ਜਾਓ ਮਾਲਕ ਦੇ ਅੱਗੇ ਬੇਨਤੀ ਕਰੋ ਵੀ ਮਾਲਕਾ ਤੂੰ ਜਦ ਇਹਨਾਂ ਨੂੰ ਇੰਨੀ ਤਾਕਤ ਦੇ ਸਕਦਾ ਤੇ ਮੈਨੂੰ ਕਿਉਂ ਨਹੀਂ ਦੇਂਗਾ। ਬਸ ਫਿਰ ਲੱਗ ਜਾਓ ਭਾਈ, ਕੋਲ ਕਰਨਾ ਹੈ ਆਪਾਂ ਨੇ। ਫਿਰ ਗੁਰੂ ਦੇ ਨਾਲ, ਗੁਰੂ ਦੇ ਕੋਚ ਦੇ ਕੋਲ ਕੁਝ ਕੋਚ ਤੋਂ ਕੋਚਿੰਗ ਲਓ ਬਈ ਇਹ ਕਿਸ ਤਰ੍ਹਾਂ ਜਿਹੜੇ ਹੈਗੇ। ਜਦ ਆਪਾਂ ਨੂੰ ਪਤਾ ਲੱਗ ਜਾਂਦਾ, ਦੇਖੋ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਆ ਕੇ ਆਪਾਂ ਜਿਹੜੇ ਹੈਗੇ ਆਪਣਾ ਜੀਵਨ ਨਸ਼ਟ ਕਰ ਰਹੇ ਹਾਂ। ਫਿਰ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਬਈ ਮੈਨੂੰ ਜ਼ਿਆਦਾ ਡੇਗ ਦਿੰਦੇ ਆ ਅਤੇ ਆਪਾਂ ਨੂੰ ਪਤਾ ਲੱਗਦਾ ਇਹਨਾਂ ਨੇ ਆਪਾਂ ਨੂੰ ਡੇਗ ਦਿੱਤਾ। ਫਿਰ ਜਦ ਇਹ ਆਉਂਦੇ ਆ ਉਦੋਂ ਹੀ ਪਤਾ ਲੱਗ ਜਾਂਦਾ। ਫਿਰ ਜਿਹੜੇ ਹੈਗੇ ਇਹ ਉੱਠਦੇ ਹੀ ਨਹੀਂ ਆ, ਉੱਠਣ ਤੋਂ ਪਹਿਲਾਂ ਹੀ ਕਰਮ ਕਰ ਦਈਦੇ ਆ। ਇਸ ਤਰੀਕੇ ਦੇ ਨਾਲ ਆਪਣੀ ਤਾਕਤ ਵਧੀ ਜਾਣੀ ਹੈ ਮਨ ਦੀ। ਰਾਮਕਲੀ ਮਹੱਲਾ ਪਹਿਲਾ। ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਤੁਧ ਨੂੰ ਨਿਵਣ ਮੰਨਣ ਤੇਰਾ ਨਾਉ।
ਆਇਆ ਬਈ ਜਿਹੜਾ ਇਨਸਾਨ ਜਿਹਨੇ ਮਾਲਕ ਪਰਮਾਤਮਾ ਨੂੰ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ, ਜਿਹਨੇ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਕਰਤਾ ਜਾਣ ਲਿਆ, ਜਿਹਨੇ ਕਰਤਾ ਮਾਲਕ ਨੂੰ ਜਾਣ ਲਿਆ, ਉਹੀ ਨਿਭੂਗਾ ਭਾਈ, ਉਹੀ ਨਾਮ ਨੂੰ ਮੰਨੂਗਾ। ਉਹੀ ਨਾਮ ਨੂੰ ਮੰਨਣਾ ਕੀ ਹੈ? ਉਹੀ ਧਿਆਨ ਸਿਮਰਨ ਕਰੂਗਾ, ਉਹੀ ਜਿਹੜਾ ਹੈਗਾ ਇਹ ਜਿਹੜੇ ਭਗਤੀ ਮਾਰਗ ਜਿਹੜਾ ਲਿਵ ਵਾਲੇ ਰਸਤੇ ਤੇ ਚੱਲੂਗਾ, ਉਹੀ ਇਨਵੈਸਟ ਕਰੂਗਾ। ਤੁਧਨੂੰ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ। ਔਰ ਆਹੀ ਸੱਚੀ ਭੇਟਾ ਹੈ। ਇਹ ਪ੍ਰੇਮ ਭਗਤੀ ਕਰਦੇ ਆ, ਇਹ ਸੁਣ ਦੇ ਵਿੱਚ ਬੈਠਦੇ ਆ, ਆਪਾਂ ਸਵਾਸ ਲਾਉਂਦੇ ਆ। ਇੱਥੇ ਤਾਂ ਸਮਾਂ ਹੀ ਖਤਮ ਹੋ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਵੀ ਬੈਠੇ ਆ ਕਿੰਨੀ 15 ਮਿੰਟ 20 ਮਿੰਟ ਅੱਧਾ ਘੰਟਾ ਕਿਸ ਤਰ੍ਹਾਂ ਗੁਜ਼ਰ ਜਾਂਦਾ ਹੈ। ਆਹ ਭੇਟਾ ਹੈਗੀ, ਆਹ ਨਾਮ ਧਨ ਹੈਗਾ। ਬੈਸਣ ਕੋ ਥਾਉ, ਪਰਮਾਤਮਾ ਬੈਠਣ ਨੂੰ ਜਗ੍ਹਾ ਦੇ ਦਿੰਦਾ ਹੈ। ਫਿਰ ਆਪਣੇ ਮਹਿਲ ਦੇ ਵਿੱਚ ਐਂਟਰੀ ਦੇ ਦਿੰਦਾ ਹੈ ਮਾਲਕ ਪਰਮਾਤਮਾ, ਜਨਮ ਮਰਨ ਚੋਂ ਬਾਹਰ ਕੱਢ ਲੈਂਦਾ ਹੈ। ਸਤ ਸੰਤੋਖ ਹੋਵੇ ਅਰਦਾਸ, ਕਹਿੰਦੇ ਭਗਤੀ ਕਰਨੀ ਆ ਇਹ ਸੱਤ ਦੇ ਨਾਲ ਕਰਨੀ ਆ ਭਾਈ। ਸੱਤ ਦਾ ਮਤਲਬ ਹੁੰਦਾ ਹੈ ਸੱਤ ਦਾ ਮਤਲਬ ਹੁੰਦਾ ਹੈ ਵੀ ਦੇਣਾ। ਸੱਤ ਦਾ ਮਤਲਬ ਹੈ ਦਾਨ। ਸਤੀ ਪਾਪ ਕਰ ਸਤ ਕਮਾਏ। ਸਤੀ ਕਹਿੰਦੇ ਆ ਪਾਪ ਕਰਕੇ ਇਨਸਾਨ ਕੀ ਕਰਦਾ? ਧਨ ਦੌਲਤ ਕਮਾਉਂਦਾ, ਫਿਰ ਉਹ ਦਾਨ ਕਰਦਾ। ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਤੇ ਆ ਸਤ ਸੰਤੋਖ ਹੋਵੇ ਅਰਦਾਸ। ਕਹਿੰਦੇ ਭਾਈ ਦੇਖ ਜਿਹੜਾ ਹੈਗਾ ਹਰੇਕ ਦਾ ਭਲਾ ਕਰ, ਹਰੇਕ ਦਾ ਭਲਾ ਕਰ। ਛੱਡ ਆਪਣੇ ਤੋਂ, ਜਿੰਨਾ ਛੱਡੇਗਾ ਉਹਦਾ ਮਲਟੀਪਲੀਕੇਸ਼ਨ ਹੋ ਜਾਏਗੀ। ਜਿੰਨਾ ਤੂੰ ਛੱਡੇਗਾ ਓਨਾ ਹੀ ਪਰਮਾਤਮਾ ਤੈਨੂੰ ਜਿਹੜਾ ਹੈ ਮਲਟੀਪਲਾਈ ਕਰ ਦੇਗਾ। ਸਤ ਸੰਤੋਖ। ਦੂਸਰਾ ਸੰਤੋਖ, ਸਬਰ ਰੱਖਣਾ ਹੈ ਆਪਾਂ ਨੇ। ਅਰਦਾਸ ਜਿਹੜੇ ਹੈਗੇ ਨਿਮਰਤਾ ਗਰੀਬੀ ਦੇ ਨਾਲ ਜਿਹੜਾ ਹੈਗਾ ਇਹ ਭਗਤੀ ਕਰਨੀ ਆਪਾਂ ਨੇ। ਤਾਂ ਸੁਣੇ ਸੱਦੇ ਬਹਾਲੇ ਪਾਸ। ਉਹ ਮਾਲਕ ਸੁਣਦਾ ਹੈ ਭਾਈ, ਸੱਦਦਾ ਹੈ ਔਰ ਨੇੜੇ ਬਹਾਲ ਲੈਂਦਾ ਹੈ ਆਪਣੇ ਅੰਦਰ ਆਤਮਾ ਦੇ ਵਿੱਚ। ਤਾਂ ਸੁਣੇ ਸੱਦੇ ਬਹਾਲੇ ਪਾਸ। ਨਾਨਕ ਬਿਰਥਾ ਕੋਈ ਨਾ ਹੋਏ। ਕੋਈ ਵੀ ਖਾਲੀ ਨਹੀਂ ਹੁੰਦਾ, ਕੋਈ ਵੀ ਖਾਲੀ ਨਹੀਂ ਹੁੰਦਾ। ਜਿਹੜਾ ਵੀ ਪਰਮੇਸ਼ਰ ਦੀ ਭਗਤੀ ਕਰ ਰਿਹਾ ਹੈ ਪਿਆਰਿਓ, ਇੱਕ ਵੀ ਫੇਲੂਅਰ ਨਹੀਂ ਹੋਏਗਾ। ਦੇਰ ਸਵੇਰ ਹੋ ਜਾਏਗੀ, ਜਿੰਨੀ ਆਪਣੀ ਮੈਲ ਹੈਗੀ ਓਨਾ ਹੀ ਸਾਬਣ ਲੱਗੇਗਾ ਭਾਈ। ਨਾਨਕ ਬਿਰਥਾ। ਔਰ ਇੱਕ ਹੋਰ ਚੀਜ਼ ਦੱਸ ਦਈਏ, ਜਿਹੜਾ ਹੈਗਾ ਮਹਾਰਾਜ ਕਹਿੰਦੇ ਪਾਸ਼ ਨਾਨਕ ਗੁਰ ਸੇਵਾ ਕੇ ਨਾ ਲੱਭੇ। ਤੇ ਫਿਰ ਉਹਦੇ ਵਿੱਚ ਆਉਂਦਾ ਹੈ ਵੀ ਕਿਹੜੀ ਚੀਜ਼ ਨਹੀਂ ਲੱਭਦੀ ਆ ਧਿਆਨ ਸਿਮਰਨ ਕਰਨ ਦੇ ਨਾਲ, ਜੋ ਗੁਰੂ ਸੇਵਾ ਕਰਨ ਦੱਸ ਰਹੇ ਉਸ ਸੇਵਾ ਦੇ ਨਾਲ। ਪਾਸ਼ਨੰ ਕਰੋਤ ਅਗਰੀਣ ਵਹਿ, ਨਿਰਾਸਨੰ ਆਸ ਪੂਰਣੈ, ਨਾਨਕ ਗੁਰ ਸੇਵਾ ਕੇ ਨਾ ਲੱਭੇ। ਤੇ ਕਹਿੰਦੇ ਉਹ ਪਿੱਛੇ ਵਾਲੇ ਨੂੰ ਅੱਗੇ ਕਰ ਦਿੰਦਾ ਹੈ ਮਾਲਕ ਪਰਮਾਤਮਾ। ਨਿਰਾਸ਼ ਜਿਹੜੇ ਹੁੰਦੇ ਉਹਨਾਂ ਦੀ ਆਸ ਪੂਰੀ ਕਰ ਦਿੰਦਾ ਹੈ। ਨਾਨਕ ਗੁਰ ਸੇਵਾ ਕੇ ਨਾ ਲੱਭੇ। ਤੇ ਕਿਹੜੀ ਚੀਜ਼ ਨਹੀਂ ਲੱਭਦੀ ਇਹ ਦੱਸੋ ਭਾਈ। ਨਾਨਕ ਬਿਰਥਾ ਕੋਈ ਨਾ ਹੋਏ, ਐਸੀ ਦਰਗਾਹ ਸਾਚਾ ਸੋਏ। ਆਇਆ ਮਾਲਕ ਦੀ ਦਰਗਾਹ ਤੇ ਉਹ ਸੱਚਾ, ਉਹ ਮਾਲਕ ਪਰਮਾਤਮਾ ਆਇਆ, ਉਹਦੀ ਖੇਡ ਰਹਾਓ। ਇਸ ਦੇ ਵਾਸਤੇ ਉਹਨੇ ਆ ਦੁਨੀਆ, ਆ ਸਾਰਾ ਸੰਸਾਰ ਦੀ ਰਚਨਾ ਕੀਤੀ ਹੋਈ ਹੈ। ਪ੍ਰਾਪ ਤੇ ਪੋਤਾ ਕਰਮ ਪਸਾਓ। ਪੋਤਾ ਮਤਲਬ ਜਿਹੜਾ ਹੈਗਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਭਾਈ। ਕਰਮ ਜਿਹੜਾ ਹੈਗਾ, ਜੇ ਹੁਣ ਕਰਮ ਜਿਹੜਾ ਹੈਗਾ ਬਖਸ਼ਿਸ਼ ਲੈ ਲਈਏ, ਤੇ ਕਰਮ ਜਿਹੜਾ ਹੈਗਾ ਇਹ ਬਖਸ਼ਿਸ਼ ਜਿਹੜੀ ਹੈ ਪਸਾਰਾ ਕਰਮ ਦੇ ਨਾਲ ਹੁੰਦਾ ਹੈ, ਮਾਲਕ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ। ਠੀਕ ਹੈ ਵੀ ਬਖਸ਼ਿਸ਼ ਦੇ ਨਾਲ ਹੁੰਦਾ ਹੈ, ਮਾਲਕ ਨੇ ਕਰਨਾ ਹੈ, ਪਰ ਕਿਵੇਂ ਹੁੰਦੀ ਹੈ ਬਖਸ਼ਿਸ਼? ਕ੍ਰਾਈਟੇਰੀਆ ਕੀ ਹੈਗਾ ਮਾਲਕ ਦਾ? ਆਪਾਂ ਸ਼ੁਰੂ ਤੋਂ ਲੈ ਲਓ ਸ਼ਬਦ। ਸਤੁਧਨੋ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸੱਦ ਬਹਾਲੇ ਪਾਸ। ਆਇਆ ਕ੍ਰਾਈਟੇਰੀਆ। ਨਾਨਕ ਬਿਰਥਾ ਕੋਈ ਨਾ ਹੋਏ, ਐਸੀ ਦਰਗਾਹ ਸਾਚਾ ਸੋਏ ਰਹਾਓ। ਪ੍ਰਾਪਤ ਪੋਤਾ ਕਰਮ ਪਸਾਓ। ਆਪਾਂ ਜਿਹੜੇ ਹੈਗੇ ਨਿਵਾਂਗੇ ਪਰਮਾਤਮਾ ਨੂੰ, ਜਿਹੜਾ ਹੈਗਾ ਕਰਤਾ ਮੰਨਾਂਗੇ, ਔਰ ਉਹਦੀ ਜਿਹੜੀ ਹੈਗੀ
ਜਿਹੜੀ ਹੈਗੀ ਹੰਬਲ ਹੋ ਕੇ ਉਹਦੀ ਭਗਤੀ ਕਰਾਂਗੇ ਔਰ ਅੰਦਰ ਜਿਹੜੇ ਆਪਣੇ ਸੱਤ ਤੇ ਸੰਤੋਖ ਰੱਖਾਂਗੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਆਪਣੀ ਜਿਹੜੀ ਹੈ ਭਗਤੀ ਅਰਦਾਸ ਹੋ ਜਾਏਗੀ। ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵੇਂ ਮੰਗਤ ਜਨ ਚਾਓ। ਚਾਹ ਰਹਿੰਦਾ ਹੈ ਭਗਤਾਂ ਨੂੰ, ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਆ ਭਾਈ, ਚਾਹ ਚੜਿਆ ਰਹਿੰਦਾ ਹੈ ਉਹਨਾਂ ਨੂੰ ਔਰ ਦਿੰਦਾ ਹੈ ਮਾਲਕ ਪਰਮਾਤਮਾ। ਤੂੰ ਦੇਵੇਂ ਮੰਗਤ ਜਨ ਚਾਓ, ਭਾਂਡੇ ਭਾਓ ਪਵੈ ਤਿਤਿ ਆਏ। ਕਹਿੰਦੇ ਉਸ ਇਨਸਾਨ ਦੇ, ਉਸ ਜਿਹੜਾ ਭਗਤੀ ਕਰ ਰਿਹਾ ਹੈ, ਭਾਂਡੇ ਭਾਓ ਪਵੈ ਤਿਤਿ ਆਏ, ਉਹ ਜਿਹੜਾ ਹੈਗਾ ਇਹ ਧਨ ਜਿਹੜਾ ਹੈਗਾ, ਖਜ਼ਾਨਾ ਜਿਹੜਾ ਹੈਗਾ, ਉਸ ਦੇ ਭਾਂਡੇ ਦੇ ਵਿੱਚ ਜਿਹਦੇ ਅੰਦਰ ਪਿਆਰ ਹੁੰਦਾ ਹੈ ਪਰਮਾਤਮਾ ਦੇ ਨਾਲ, ਉਹਦੇ ਭਾਂਡੇ ਦੇ ਵਿੱਚ ਜਿਹੜਾ ਹੈਗਾ ਇਹ ਪ੍ਰਾਪਤ ਪੋਤਾ ਜਿਹੜਾ ਨਾਮ ਧਨ ਆਉਂਦਾ ਹੈ ਕਰਮਾਂ ਦੇ ਨਾਲ। ਇਸ ਤਰ੍ਹਾਂ ਪਸਾਰਾ ਕਰਦਾ ਹੈ ਪਰਮਾਤਮਾ, ਡਿਸਟ੍ਰੀਬਿਊਸ਼ਨ। ਪਸਾਰਾ ਮਤਲਬ ਡਿਸਟ੍ਰੀਬਿਊਸ਼ਨ। ਭਾਂਡੇ ਭਾਓ ਪਵੈ ਤਿਤਿ ਆਏ, ਤੁਰੇ ਤੈਂ ਛੋਡੀ ਕੀਮਤ ਪਾਏ। ਆਇਆ ਕੀਮਤ, ਆਇਆ ਕ੍ਰਾਈਟੇਰੀਆ ਪਰਮਾਤਮਾ ਦਾ, ਤੁਰ ਤੋਂ ਆ ਨਿਯਮ ਚੱਲਿਆ ਆ ਰਿਹਾ ਮਾਲਕ ਪਰਮਾਤਮਾ ਦਾ, ਆ ਕੀਮਤ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ ਪਾਈ। ਇਸ ਤਰੀਕੇ ਦੇ ਨਾਲ ਮਿਲਣਾ ਹੈਗਾ। ਤੁਧਨੋਂ ਨਿਵਣ ਮੰਨਣ ਤੇਰਾ ਨਾਉ, ਜਿਨੇ ਕਿਛ ਕੀਆ ਸੋ ਕਿਛ ਕਰੈ। ਜਿਸਨੇ ਇਹ ਦੁਨੀਆ ਸੰਸਾਰ ਦੀ ਰਚਨਾ ਕੀਤੀ ਹੈ ਉਹੀ ਉਸੇ ਨੇ ਕਰਨਾ ਹੈ ਸਾਰਾ ਕੁਝ। ਆਪਣੀ ਕੀਮਤ ਆਪੇ ਧਰੇ, ਆਪਣੀ ਕੀਮਤ ਆਪਣੇ ਆਪ ਹੀ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਧਰੀ ਹੋਈ ਹੈ ਪਾਈ। ਉਹ ਤਾਂ ਕਹਿੰਦਾ ਬਈ ਤੂੰ ਦੁਨੀਆ ਬਣਾਈ ਹੋਈ ਹੈ, ਦੁਨੀਆ ਦੇ ਅੰਦਰ ਹੈਗਾ ਪਿਆਰਿਆ, ਇੰਨਾ ਚੋਗਾ ਪਿਆਇਆ। ਜਿਸ ਤਰ੍ਹਾਂ ਤੂੰ ਮਾਇਆ ਨੂੰ ਪਿਆਰ ਕਰਦਾ ਹੈ ਨਾ, ਉਸੇ ਤਰੀਕੇ ਨਾਲ ਮੇਰੇ ਨਾਲ ਪਿਆਰ ਕਰ ਲਾ ਬਸ। ਆਪਣੀ ਕੀਮਤ ਆਪੇ ਧਰੇ, ਆਹੀ ਕੀਮਤ ਧਰੀ ਹੋਈ ਹੈ ਮਾਲਕ ਪਰਮਾਤਮਾ ਨੇ। ਮਨ ਦੇ ਰਾਮ ਲਿਆ ਹੈ ਮੋਲ, ਜਿਨੇ किछ किया सो किछ करे, अपनी कीमत आप पे धरै। गुरमुखे प्रगट हुआ हर राय। देखो प्रगट होना है मालक परमात्मा ने प्यारिਓ, जो गुरु कह रहे, जो ब्रह्म ज्ञान कह ਰਿਹਾ ਆ, जो गुरु ਤੇ ਮੁਖ ਤੋਂ ਗਿਆਨ ਆ ਰਿਹਾ ਆ, ਉਹਦੇ ਨਾਲ ਪ੍ਰਗਟ ਹੋਣਾ ਹੈ। ਹੋਰ ਕੋਈ ਆਪਸ਼ਨ ਨਹੀਂ ਹੈਗਾ। ਔਰ ਗੁਰੂ ਇੱਕੋ ਹੀ ਗੱਲ ਕਹਿ ਰਿਹਾ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕੋ ਸਿੱਖ ਸੁਣਨੀ ਹੈ ਗੁਰੂ ਦੀ, बस जपो ता एको नामा, अवर निराफल कामा। सुन गुफा में आसन बैसन, कल्प विवर्जित पंथा। आही हैगी पाई, आही हैगी अपना ਇਹ ਆਪਾਂ ਗਿਆਨ ਲੈ ਰਹੇ ਹਾਂ ਗੁਰੂ ਦੇ ਕੋਲ। ਗੁਰੂ ਜਿਹੜੇ ਹੈਗੇ ਆਪਾਂ ਨੂੰ ਗਿਆਨ ਦੇ ਰਹੇ। ਦੇਖੋ ਆ ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਆਪਾਂ ਨੂੰ ਗਿਆਨ ਦੇ ਰਿਹਾ। ਔਰ ਬਾਣੀ ਜਿਹੜੀ ਹੈ ਇੱਕ ਇੱਕ ਪਾਲ ਦੇ ਵਿੱਚ, ਇੱਕ ਇੱਕ ਸ਼ਬਦ ਦੇ ਵਿੱਚ ਬਾਣੀ ਸਿਰਫ ਇੱਕੋ ਹੀ ਕੰਮ ਕਹਿ ਰਹੀ ਹੈ, ਇੱਕੋ ਹੀ ਕੰਮ ਕਰਨ ਨੂੰ ਕਹਿ ਰਹੀ। ਬਈ ਅੰਦਰ ਵੜ ਜਾ, ਤੇਰੇ ਅੰਦਰ ਹੈਗੀ ਤੇਰੀ ਆਤਮਾ ਪਰਮਾਤਮਾ। ਔਰ ਤੂੰ ਜਿਹੜਾ ਹੈਗਾ ਦੇਖ, ਇਸ ਤੋਂ ਮੁਨੱਕਰ ਨਹੀਂ ਹੋ ਸਕਦਾ। ਬਈ ਅੰਦਰ ਤੇਰੇ ਕੋਈ ਨਾ ਕੋਈ ਤਾਂ ਬੋਲ ਰਿਹਾ, ਕੋਈ ਨਾ ਕੋਈ ਤਾਂ ਦੇਖ ਰਿਹਾ। ਤੂੰ ਸੋ ਜਾਣਾ ਹੈ, ਤੂੰ ਕੌਣ ਹੈ ਜਿਹੜਾ ਜਾਗਦਾ ਰਹਿੰਦਾ, ਜਿਹੜਾ ਤੈਨੂੰ ਦੱਸ ਦਿੰਦਾ ਬਾਈ ਤੂੰ ਆਹ ਸੁਪਨਾ ਦੇਖਿਆ, ਆਹ ਇਸ ਤਰ੍ਹਾਂ ਹੋਇਆ, ਆਹ ਇਸ ਤਰ੍ਹਾਂ ਹੋਇਆ। ਉਹ ਕਦੀ ਸੌਂਦਾ ਹੀ ਨਹੀਂ ਹੈਗਾ। ਬਸ ਉਹਦੇ ਹੀ ਨੇੜੇ ਹੋਣਾ ਹੈ ਭਾਈ। ਆਹੀ ਭਗਤੀ ਹੈਗੀ ਆ। ਔਰ ਉਹਦੇ ਨੇੜੇ ਹੋਣ ਵਾਸਤੇ ਰੁਕਾਵਟ ਆਪਣੇ ਵਿਚਾਰ ਹੈਗੇ ਆ। ਜਿਨੇ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ। ਗੁਰਮੁਖੇ ਪ੍ਰਗਟ ਹੋਆ ਹਰ ਰਾਏ। ਹਰ ਰਾਏ ਉਹ ਮਾਲਕ ਪਰਮਾਤਮਾ ਰਾਏ ਕਹਿੰਦੇ ਆ ਮਾਲਕ। ਗੁਰਮੁਖੇ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ। ਨਾ ਕੋ ਆਵੇ ਨਾ ਕੋ ਜਾਏ। ਕਹਿੰਦੇ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਆਪਣੇ ਤੋਂ ਜਿਹੜਾ ਹੈਗਾ ਉਹਨੇ ਜੋਤਾਂ ਜਿਹੜੀਆਂ ਹੈਗੀਆਂ ਆ ਜਿਹੜੀਆਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਇਹ ਬੂੰਦਾਂ ਭੇਜੀਆਂ ਆ। ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ ਆ ਭਾਈ। ਮਾਲਕ ਜਿਹੜਾ ਹੈਗਾ, ਮਾਲਕ ਤਾਂ ਅਬਨਾਸੀ ਹੈਗਾ, ਆਪਾਂ ਉਹਦਾ ਅੰਸ਼ ਹੈਗੇ। ਹਾਂ ਆ ਸਰੀਰ ਮਿਲਿਆ ਹੋਇਆ, ਇਹ ਸਰੀਰ ਜ਼ਰੂਰ ਚਲੇ ਜਾਏਗਾ। ਨਾ ਕੋ ਆਵੇ ਨਾ ਕੋ ਜਾਏ। ਲੋਕ ਤਿਕਾਰ ਕਹੈ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਕਹਿੰਦੇ ਬਾਕੀ ਦੁਨੀਆ ਦੇ ਕੋਲ ਜਾਏਗਾ, ਇੱਧਰ ਉੱਧਰ ਬਾਬਿਆਂ ਦੇ ਕੋਲ ਜਾਏਗਾ, ਉਹ ਤਾਂ ਆਪ ਹੀ ਮੰਗਤੇ ਹੈਗੇ ਭਾਈ। ਉਹ ਤਾਂ ਆਪ ਹੀ ਜਿਹੜੇ ਹੈਗੇ ਮਾਇਆ ਧਾਰੀ ਹੈ, ਮਾਇਆ ਦੇ ਮੰਗਤੇ ਹੈਗੇ ਭਾਈ। ਔਰ ਤੇਰਾ ਜਿਹੜਾ ਹੈਗਾ ਦੁਨਿਆਵੀ ਕੰਮ ਵੀ ਜੇ ਕਿਸੇ ਕੋਲੋਂ ਜਾ ਕੇ ਮੰਗੇਗਾ ਪਿਆਰਿਆ,
ਲੋਕਾਂ ਨੇ ਜਿਹੜਾ ਵੀ ਮੰਗਦਾ ਹੈ ਦੁਨਿਆਵੀ ਕਿਸੇ ਕੋਲੋਂ ਮੰਗਦਾ ਹੈ, ਅਗਲਾ ਕਿਹੜਾ ਚੰਗੀ ਨਜ਼ਰ ਨਾਲ ਦੇਖਦਾ ਹੈ ਭਾਈ। ਲੋਕ ਤਿਕਾਰ ਕਹੈ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਇੱਜ਼ਤ ਥੋੜੀ ਨਾ ਹੁੰਦੀ ਹੈ ਭਾਈ ਮੰਗਤੇ ਦੀ। ਲੋਕੀ ਜਿਹੜਾ ਦੁਤਕਾਰ ਦਿੰਦੇ ਆ, ਲੋਕ ਤਿਕਾਰ ਕਹੈ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਸ਼ਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਤੈਂ ਤਾਂ ਕਹਿਣ ਕਹਾਇਆ। ਹੇ ਮੇਰੇ ਮਾਲਕਾ, ਤੂੰ ਦਾਤਾ ਹੈਗਾ ਹੈ ਔਰ ਤੇਰੇ ਕੋਲੋਂ ਮੰਗਣ ਦੀ ਜਾਚ ਜਿਹੜੀ ਹੈਗੀ ਇਹ ਮੈਂ, ਮਹਾਰਾਜ ਕਹਿੰਦੇ ਇਹ ਤੂੰ ਹੀ ਕਹਾਈ ਹੈ ਮੇਰੇ ਕੋਲੋਂ। ਸ਼ਹਿ ਕੀਆਂ ਬਾਤਾਂ, ਗੱਲਾਂ, ਸ਼ਹਿ ਮਤਲਬ ਪਤੀ ਪਰਮਾਤਮਾ ਦੀਆਂ, ਕਹਿੰਦੇ ਉਹਦੇ ਕੋਲੋਂ ਮੰਗ, ਉਹਦੇ ਕੋਲੋਂ ਮੰਗ। ਉਹ ਨਹੀਂ ਤਿਖਾਰ ਕਹਿੰਦਾ, ਉਹ ਤਾਂ ਖੁਸ਼ ਹੁੰਦਾ ਤੂੰ ਮੰਗ ਤਾਂ ਸਹੀ। ਸ਼ਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਆਇਆ ਦਰ ਦੀਆਂ ਗੱਲਾਂ, ਦਰ ਦੀਆਂ। ਤੈਂ ਤਾਂ ਕਹਿਣ ਕਹਾਇਆ, ਮਾਲਕਾ ਮੇਰਾ ਕੁਛ ਨਹੀਂ ਹੈਗਾ, ਤੂੰ ਜਿਹੜਾ ਹੈਗਾ ਮੇਰੇ ਕੋਲੋਂ ਜੋ ਕਹਾਇਆ ਹੈ ਤੂੰ ਹੀ ਕਹਾਇਆ ਹੈ। ਅਗਲਾ ਸ਼ਬਦ ਆ ਗਿਆ ਰਾਮਕਲੀ ਮਹੱਲਾ ਪਹਿਲਾ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁਝੈ ਬਿਧ ਜਾਣੈ। ਇਹ ਬਹੁਤ ਕੀਮਤੀ ਸ਼ਬਦ ਹੈ, ਬਹੁਤ ਕੀਮਤੀ ਸ਼ਬਦ ਹੈਗਾ। ਇਹ ਭਗਤੀ ਜਿਹੜੇ ਹੈਗੇ ਆ, ਜਿਹੜੇ ਭਗਤੀ ਕਰਨਾ ਚਾਹੁੰਦੇ ਆ ਭਾਈ, ਉਹਨਾਂ ਦੇ ਵਾਸਤੇ ਬਹੁਤ ਤਕੜੀ ਸੇਧ ਹੈਗੀ ਹੈ। ਸਾਗਰ ਮੈਂ ਬੂੰਦ, ਕਹਿੰਦੇ ਇਹ ਪਰਮਾਤਮਾ ਸਾਗਰ ਜਿਹੜਾ ਹੈਗਾ, ਆਪਾਂ ਸਾਰਾ ਸੰਸਾਰ ਮਾਲਕ ਦੇ ਵਿੱਚ ਹੈਗਾ। ਇਹ ਬੂੰਦਾਂ ਸਾਰੀਆਂ ਮਾਲਕ ਦੇ ਵਿੱਚ ਹੈਗੀਆਂ ਭਾਈ, ਬੂੰਦਾਂ ਸਾਰੀਆਂ ਮਾਲਕ ਦੇ ਵਿੱਚ ਹੈਗੀਆਂ। ਔਰ ਦੇਖੋ ਉੱਪਰੋਂ ਜਿਹੜਾ ਹੈਗਾ, ਕਦੀ ਸੈਟੇਲਾਈਟਸ ਦੀਆਂ ਫੋਟੋਗ੍ਰਾਫਸ ਦੇਖੋ, ਧਰਤੀ ਕਿੰਨੀ ਛੋਟੀ ਲੱਗਦੀ ਆ ਔਰ ਉਹਦੇ ਵਿੱਚ ਫਿਰ ਆਪਾਂ ਕਿੱਥੇ ਕਹਿ ਗਏ ਆ ਭਾਈ, ਆਪਣਾ ਤਾਂ ਕੁਛ ਪਤਾ ਹੀ ਨਹੀਂ ਲੱਗਦਾ। ਧਰਤੀ ਵੀ ਇੱਕ ਜਿਹੜੀ ਹੈਗੀ ਡਾਟ ਵਾਂਗੂ ਲੱਗਦੀ ਹੈ। ਆਹ ਬੂੰਦਾਂ ਹੈਗੀਆਂ ਭਾਈ ਮਾਲਕ ਦੇ ਜਿਹੜੇ ਹੈਗੇ ਉਹ ਸਾਗਰ ਦੇ ਵਿੱਚ, ਤਾਂ ਧਰਤੀ ਵੀ ਬੂੰਦ ਆ ਭਾਈ। ਇਹ ਸਾਰੀ ਜਿੰਨੇ ਵੀ ਜੀਵ ਹੈਗੇ ਆ, ਇਹ ਸਾਰੇ ਦੇ ਸਾਰੇ ਇਹ ਬੂੰਦਾਂ ਹੈਗੀਆਂ। ਇਹਦੇ ਵਿੱਚ ਉਹ ਮਾਲਕ ਪਰਮਾਤਮਾ ਉਹਦਾ ਅੰਸ਼ ਹੈਗਾ, ਉਹੀ ਹੈਗਾ। ਇਹ ਜਿਹੜੀਆਂ ਲਹਿਰਾਂ ਹੈਗੀਆਂ, ਇਹ ਬੂੰਦਾਂ ਹੈਗੀਆਂ, ਇਹ ਸਾਰਾ ਜੋ ਹੈ, ਇਹ ਬੁਲਬੁਲੇ, ਇਹ ਸਾਰੇ ਉਹੀ ਮਾਲਕ ਪਰਮਾਤਮਾ ਹੈ। ਪਾਣੀ ਹੈਗਾ ਭਾਈ, ਅਲੱਗ-ਅਲੱਗ ਨਜ਼ਰ ਆਉਂਦੇ ਆਪਾਂ ਨੂੰ, ਇਹਦੇ ਵਿੱਚ ਪੂਰਾ ਮਾਲਕ ਪਰਮਾਤਮਾ ਉਹ ਪਾਣੀ ਦਾ ਸਾਰਾ ਦਾ ਸਾਗਰ ਦਾ, ਇਹਦੇ ਵਿੱਚ ਪੂਰਾ ਦਾ ਪੂਰਾ ਇਨਗ੍ਰੇਡੀਐਂਟਸ ਹੈਗੇ ਸਾਗਰ ਦੇ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਔਰ ਬੂੰਦ ਦੇ ਵਿੱਚ ਸਾਗਰ ਹੈਗਾ। ਕਵਣ ਬੁਝੈ ਬਿਧ ਜਾਣੈ, ਕਹਿੰਦੇ ਇਸ ਗੱਲ ਨੂੰ ਕਿਹੜਾ ਬੁਝਦਾ ਹੈ, ਕਿਸ ਤਰ੍ਹਾਂ ਬੁਝਿਆ ਜਾਏ, ਵਿਧੀ ਕੀ ਹੈ ਇਹਦੀ ਜਿਹੜੀ ਹੈਗੀ ਇਹਨੂੰ ਜਾਣਨ ਦੀ। ਆਹ ਹੁਣ ਵਿਧੀ ਦੱਸ ਰਹੇ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ, ਬਈ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ ਭਾਈ, ਕਿਸ ਤਰ੍ਹਾਂ ਤੂੰ ਪ੍ਰੈਕਟੀਕਲ ਕਰ ਸਕਦਾ, ਕਿਸ ਤਰ੍ਹਾਂ ਤੂੰ ਆਪਣੀ ਆਤਮਾ ਨੂੰ ਦੇਖ ਸਕਦਾ ਹੈ, ਕਿਸ ਤਰ੍ਹਾਂ ਜਿਹੜਾ ਹੈਗਾ ਇਹ ਮਾਇਆ ਜਿਹੜੀ ਦੇਖਣ ਨਹੀਂ ਦਿੰਦੀ, ਇਹ ਛਾਈ ਹੋਈ ਆ, ਕਿਸ ਤਰੀਕੇ ਦੇ ਨਾਲ ਇਹ ਜਿਹੜੀ ਹੈਗੀ ਇਹ ਮਨ ਤੋਂ ਇਹ ਜਿਹੜੀ ਹੈਗੀ ਇਹ ਨਸ਼ਟ ਹੋ ਜਾਏ। ਉਤਪੁਜ ਚਲਤੇ ਆਪ ਕਰ ਚੀਨਹਿ, ਆਪੇ ਤਤ ਪਛਾਣੇ। ਇਹ ਸਾਰੀ ਦੀ ਸਾਰੀ ਉਤਪੁਜ ਮਤਲਬ ਜਿਹੜੀ ਹੈਗੀ ਪੈਦਾਇਸ਼, ਇਹ ਅੰਡਰ ਜੇਰਸ ਸੇਤਜ ਉਤਪੁਜ। ਇਹ ਉਤਪੁਜ ਦਾ ਇੱਥੇ ਮਤਲਬ ਵੈਜੀਟੇਸ਼ਨ ਨਹੀਂ ਹੈਗਾ, ਉਤਪੁਜ ਦਾ ਮਤਲਬ ਹੈਗਾ ਪੈਦਾਵਾਰ, ਤਮਾਸ਼ਾ, ਚਲਤ। ਜੋ ਸੰਸਾਰ ਬਣਾਇਆ ਹੈ, ਜਿੰਨੇ ਜੀਵ ਬਣਾਇਆ ਹੈ, 84 ਲੱਖ ਜੂਨਾਂ ਬਣਾਈਆਂ, ਉਤਪੁਜ ਚਲਤ ਆਪ ਕਰ ਚੀਨੇ। ਮਾਲਕ ਆਪ ਕੀਤਾ ਹੈ, ਉਹਨੇ ਆਪ ਬਣਾਈਆਂ ਔਰ ਆਪ ਇਹਨੂੰ ਚੀਨਦਾ ਹੈ, ਉਹਨੂੰ ਪਤਾ ਹੈ। ਆਪੇ ਤੱਤ ਪਛਾਣੇ, ਉਹਨੂੰ ਪਤਾ ਹੈ ਤੱਤ ਵਸਤੂ ਕੀ ਹੈ, ਇਹਦੇ ਵਾਸਤੇ ਮੈਂ ਕਿਉਂ ਬਣਾਈ ਆ, ਕੀ ਮੇਰਾ ਪਰਪਸ ਹੈਗਾ। ਐਸਾ ਗਿਆਨ ਵਿਚਾਰੇ ਕੋਈ, ਆ ਗਿਆਨ ਹੈ ਪਾਏ। ਕਦੀ ਆਪਾਂ ਸੋਚਦੇ ਹੀ ਨਹੀਂ ਮੈਂ ਕੌਣ ਹੈਗਾ, ਬਸ ਆਪਾਂ ਤਾਂ ਸੋਚਦੇ ਹਾਂ ਆਹ ਸਰੀਰ ਹੈਗਾ ਭਾਈ, ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ। ਬਸ ਲੱਗੇ ਜਾਓ, ਭੋਗੀ ਜਾਓ 24 ਘੰਟੇ, ਫਿਰ ਦੁਬਾਰਾ ਸ਼ੁਰੂ। ਉਹ ਤ੍ਰਿਸ਼ਨਾ ਤਾਂ ਉਨੀ ਦੀ ਉਨੀ ਹੈਗੀ ਹੈ। ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮ ਗਤ ਹੋਈ। ਜੇ ਵਿਚਾਰੂਗਾ ਕੋਈ
ਕਹਿੰਦੇ ਫਿਰ ਆਹ ਗਿਆਨ ਆ ਪਿਆਰਿਓ, ਇਹਨੂੰ ਵਿਚਾਰ ਲਓ ਔਰ ਇਹਦਾ ਪ੍ਰੈਕਟੀਕਲ ਕਰ ਲਓ, ਮੁਕਤ ਹੋ ਜਾਓਗੇ। ਪਰਮਗਤ ਸਭ ਤੋਂ ਉੱਚੀ ਅਵਸਥਾ ਹੋ ਜਾਏਗੀ, ਪਰਮਾਤਮਾ ਵਰਗੇ ਹੋ ਜਾਵਾਂਗੇ। ਪ੍ਰਾਈਮ ਰਹਾਓ। दिन में रैण में दिनियर उष्ण शीत बिद सोई। देख लो एक परमात्मा ने किस तरह एक सूरज तो जिहड़ा हैगा दिन भी बना दिंदा है और रात बना दिंदा है, और गर्मी बना दिंदा है, सर्दी बना दिंदा है। सारा देख लो मालक दा कैसा जिहड़ा हैगा सिस्टम चल रहा भाई, किस तरह साइकिल घूमदा है। दिन जाके रात दे विच छुप जांदा है, रात जाके दिन दे विच आ जांदी है। ਆਪਣੇ ਆਪ ਜਿਹੜਾ ਹੈ ਗਰਮੀ ਸਰਦੀ ਚਲੇ ਜਾਂਦੀ, ਸਰਦੀ ਗਰਮੀ ਚਲੇ ਜਾਂਦੀ ਹੈ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਸਾਈਕਲ ਚੱਲੀ ਜਾ ਰਿਹਾ ਹੈ। ਦਿਨ ਮੈਂ ਰਹਿਣ ਮੈਂ ਦਿਨਹੀਰ ਉਸ਼ਨ ਸੀਤ ਬਿਦ ਸੋਈ, ਤਾਕੀ ਗਤ ਮਿਤ ਅਵਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਕਿਵੇਂ ਹੋ ਰਿਹਾ, ਕੀ ਹੈਗਾ। ਕਹਿੰਦੇ ਇਹਦੀ ਗਤ ਮਿਤ ਹੋਰ ਕੋਈ ਜਾਣ ਨਹੀਂ ਸਕਦਾ, ਹੋਰ ਕਿਸੇ ਤਰੀਕੇ ਦੇ ਨਾਲ ਨਹੀਂ ਪਤਾ ਲੱਗੇਗਾ ਭਾਈ। ਤੈਨੂੰ ਤੇਰੀ ਆਤਮਾ ਤੱਕਦੀ ਹੈ, ਤੇਰੀ ਆਤਮਾ ਤੂੰ ਕੌਣ ਹੈਗਾ ਆ। ਇਹ ਸਾਰੀ ਖੇਡ ਕਹਿੰਦੇ ਗੁਰੂ ਤੋਂ ਬਗੈਰ ਸਮਝ ਨਹੀਂ ਆ ਸਕਦੀ ਭਾਈ, ਗੁਰਬਿਨ ਸਮਝ ਨਾ ਹੋਈ। ਗੁਰੂ ਦੱਸਦਾ ਹੈ ਭਾਈ ਇਹ ਧੁੰਦ ਜਿਹੜੀ ਹੈਗੀ ਇਹ ਕਿਸ ਤਰੀਕੇ ਦੇ ਨਾਲ ਛੱਡ ਸਕਦੀ ਹੈ। ਰਸਤਾ ਗੁਰੂ ਦਿੰਦਾ ਹੈ। ਪੁਰਖ ਮੈਂ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਪੁਰਖ ਉਹ ਮਾਲਕ ਪਰਮਾਤਮਾ ਹੈਗਾ। ਬਾਕੀ ਦੇਖ ਲਓ ਭਾਈ, ਪੁਰਖ ਇਨਸਾਨ ਬੰਦਾ, ਬੰਦੇ ਤੋਂ ਤੀਵੀਂ ਪੈਦਾ ਹੁੰਦੀ ਹੈ, ਤੀਵੀਂ ਤੋਂ ਬੰਦਾ ਪੈਦਾ ਹੁੰਦਾ ਹੈ। ਔਰ ਅਸਲੀ ਇੱਕੋ ਪੁਰਖ ਸਬਾਈ ਨਾਰ, ਉਹ ਮਾਲਕ ਪਰਮਾਤਮਾ ਤੋਂ ਜਿਹੜੇ ਹੈ ਸਾਰੇ ਜੀਵ ਪੈਦਾ ਹੁੰਦੇ ਆ, ਸਾਰੀਆਂ ਜੀਵ ਇਸਤਰੀਆਂ। ਪੁਰਖ ਮੈਂ ਨਾਰ ਮੈਂ ਪੁਰਖਾ, ਔਰ ਜੀਵਨ ਦੇ ਆਪਣੇ ਵਿੱਚੋਂ ਮਾਲਕ ਪਰਮਾਤਮਾ ਹੈਗਾ। ਬੁੱਝੋ ਬ੍ਰਹਮ ਗਿਆਨੀ। ਭਾਈ ਬ੍ਰਹਮ ਗਿਆਨੀ ਹੋ ਜਾ, ਬੁੱਝ ਜਾ। ਆ ਬ੍ਰਹਮ ਗਿਆਨ, ਪਰਮੇਸ਼ਰ ਦਾ ਗਿਆਨ ਆ ਹੈਗਾ। ਇਸ ਵਾਸਤੇ ਆਇਆ ਹੈ ਤੂੰ, ਇੱਥੇ ਇਨਵੈਸਟ ਕਰ। ਤੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖੇ ਅਕਥ ਕਹਾਣੀ। ਕਹਿੰਦੇ ਕਿਵੇਂ ਬੁੱਝਿਆ ਜਾਊਗਾ। ਕਹਿੰਦੇ ਧੁਨ ਦੇ ਵਿੱਚ ਧਿਆਨ ਲਾਉਣਾ ਪੈਣਾ ਆ ਭਾਈ। ਹੁਣ ਕਿਹੜੀ ਧੁਨ ਆ, ਕਿੱਥੇ ਆ ਧੁਨ। ਇਹ ਧੁਨ ਜਿਹੜੀ ਹੈਗੀ ਜਦ ਆਪਾਂ ਟਿਊਨ ਕਰਾਂਗੇ, ਜਦ ਆਪਣੇ ਵਿਚਾਰ ਬੰਦ ਕਰਾਂਗੇ ਤੇ ਤਾਂ ਧੁਨ ਪ੍ਰਗਟ ਹੋਏਗੀ। ਧੁਨ ਮੈਂ ਧਿਆਨ, ਉਹਦੇ ਵਿੱਚ ਧਿਆਨ ਲਗਾਉਣਾ ਹੈ। ਧਿਆਨ ਮੈਂ ਜਾਣਿਆ, ਉਸ ਧਿਆਨ ਦੇ ਅੰਦਰ ਜਿਹੜਾ ਹੈਗਾ ਜਦ ਆਪਣੇ ਵਿਚਾਰ ਬੰਦ ਹੋ ਜਾਣਗੇ ਔਰ ਜਿਹੜਾ ਦ੍ਰਿਸ਼ਟਾ ਤੇ ਦ੍ਰਿਸ਼ ਇੱਕ ਹੋ ਜਾਏਗਾ, ਜਦ ਸੁਰਤ ਆਪਣੀ ਜਾ ਕੇ ਮਨ ਦੇ ਵਿੱਚ ਵੜ ਜਾਏਗੀ, ਜਿਹੜੇ ਕਿਉਂਕਿ ਸੁਰਤ ਦੇ ਨਾਲ ਮਨ ਟਰੈਵਲ ਕਰਦਾ ਹੈ। ਸੁਰਤ ਨੂੰ ਹੀ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਇਹ ਵਹੀਕਲ ਹੀ ਜਿਹੜੀ ਹੈਗੀ ਇਹਨੂੰ ਹੀ ਲਿਜਾ ਕੇ ਮਨ ਦੇ ਵਿੱਚ ਰੱਖ ਦਿੱਤਾ। ਆ ਹੈਗਾ ਭਾਈ ਅਕਥ ਕਹਾਣੀ। ਇਸ ਤਰੀਕੇ ਦੇ ਨਾਲ ਜਾਣਿਆ ਜਾ ਸਕਦਾ ਹੈ। ਧੁਨ ਮੈਂ ਧਿਆਨ ਕੀ ਹੈਗਾ, ਧਿਆਨ ਆਪਣੀ ਸੁਰਤ ਹੈਗੀ। ਧੁਨ ਮੈਂ ਧਿਆਨ ਮੈਂ ਜਾਣਿਆ। ਧਿਆਨ ਦੇ ਵਿੱਚ ਜਦ ਧਿਆਨ ਜਿਹੜਾ ਹੈਗਾ ਆਪਾਂ ਨੇ ਮਨ ਦੇ ਵਿੱਚ ਲਗਾ ਦਿੱਤਾ ਤਾਂ ਇਹ ਮਨ ਵੇਦਿਆ ਜਾਣਾ ਹੈ। ਤਾਂ ਇਹ ਮਨ ਵੇਦਿਆ, ਮਨ ਕ੍ਰਿਪਲ ਹੋ ਜਾਣਾ, ਮਨ ਕ੍ਰਿਪਲ ਹੋ ਜਾਏਗਾ। ਮੇਰਾ ਚਿੱਤ ਨਾ ਚਲੇ, ਮਨ ਭਇਓ ਪੰਗ। ਵਿਚਾਰ ਬੰਦ ਹੋ ਜਾਣਗੇ। ਕੱਤ ਜਾਈਏ ਰੇ ਘਰੇ ਲਾਗੋ ਰੰਗ। ਘਰ ਨੂੰ ਹੀ ਰੰਗ ਲੱਗ ਗਿਆ ਭਾਈ। ਹੁਣ ਕਿੱਥੇ ਜਾਣਾ ਹੈ, ਹੁਣ ਕਿੱਥੇ ਜਾਣਾ ਹੈ ਮਨ ਨੇ। ਕਹਾਂ ਚਲੋ ਮਨ ਰਹੋ ਘਰੇ। ਤੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖੇ ਕਥ ਕਹਾਣੀ। ਇਹ ਗੁਰੂ ਦੇ ਰਾਹੀਂ ਆਹੀ ਜਿਹੜਾ ਹੈਗਾ ਗਿਆਨ ਹੈਗਾ ਭਾਈ, ਆਹੀ ਪ੍ਰੈਕਟੀਕਲ ਹੈਗਾ। ਇਹ ਕਿਹਾ ਨਹੀਂ ਜਾ ਸਕਦਾ, ਪ੍ਰੈਕਟੀਕਲ ਕਰਨ ਵਾਲੀ ਗੱਲ ਹੈਗੀ ਆ। ਅਕਥ ਕਹਾਣੀ ਹੈ, ਕਥੀ ਨਹੀਂ ਜਾ ਸਕਦੀ ਭਾਈ। ਇਹ ਜਿਹੜਾ ਹੈਗਾ ਕੱਥ ਕੇ ਆਪਾਂ ਥੋੜੀ ਨਾ ਕੁਝ ਪ੍ਰਾਪਤ ਕਰ ਸਕਦੇ ਹਾਂ। ਮਨ ਮੈਂ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ। ਦੇਖੋ ਫਿਰ ਆ ਗਏ ਵਾਪਸ, ਕਹਿੰਦੇ ਮਨ ਮੈਂ ਜੋਤ, ਮਨ ਦੇ ਵਿੱਚ ਜੋਤ ਹੈਗੀ ਆ। ਮਨ ਦੇ ਵਿੱਚ ਸੁਰਤ ਨੂੰ ਆਉਣਾ ਪਊਗਾ, ਧਿਆਨ ਆਉਣਾ ਪਊਗਾ, ਮਨ ਦੇ ਵਿੱਚ ਵੜਨਾ ਪਊਗਾ। ਮਨ ਮੈਂ ਜੋਤ,
फिर जोत हो जाएगी भाई। जब विचार बंद हो गए तो मन बेदया जाएगा। मन में जोत, जोत में है मनुआ। जोत ਦੇ ਵਿੱਚ ਹੀ ਤਾਂ ਮਨ ਹੈਗਾ। मन में जोत, मन तू जोत स्वरूप है, अपना मूल पछाण। इस तरह ਜਿਹੜਾ ਹੈਗਾ ਸੁਰਤ ਨੇ ਪਛਾਣਨਾ ਹੈ। ਸੁਰਤ ਆ ਗਈ ਮਨ ਦੇ ਵਿੱਚ ਤੇ ਮੂਲ ਪਛਾਣਿਆ ਗਿਆ, ਮੂਲ ਦੇ ਵਿੱਚ ਆ ਗਈ। ਆਤਮਾ ਤਾਂ ਆਪਣੇ ਸਭ ਤੋਂ ਨੇੜੇ ਹੈਗੀ ਭਾਈ, ਬਿਲਕੁਲ ਨੇੜੇ ਹੈਗੀ। ਇੱਕੋ ਜਗ੍ਹਾ ਤੇ ਸਾਰਾ ਕੁਝ ਹੈਗਾ, ਇੱਕੋ ਜਗ੍ਹਾ ਤੇ ਆਤਮਾ ਹੈਗੀ ਭਾਈ। ਵਿੱਚ ਹਉਮੈ ਦਾ ਪੜਦਾ ਹੈਗਾ ਭਾਈ। ਆਹੀ ਹਉਮੈ ਹੈਗੀ ਆਪਣੀ ਹੋਂਦ। ਹਉਮੈ ਕੀ ਹੈਗੀ? ਆਪਣਾ ਸਰੀਰ। ਸਰੀਰ ਕੀ ਹੈਗਾ? ਇਹ ਦੁਨੀਆ ਦੇ ਪਦਾਰਥ, ਖਿੱਚਾਂ, ਬਸ। ਮਨ ਮੈਂ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ। ਆ ਜਿਹੜੀਆਂ ਹੈਗੀਆਂ ਦੇਖ ਲਓ, 5 ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਇਹ ਲਿਜਾ ਰਹੀਆਂ ਬਾਹਰ। ਇਹ ਸਵਾਦ ਚੋਗਾ ਆਪਾਂ ਨੂੰ ਵਧੀਆ, ਜਿਵੇਂ ਹੋਟਲ ਦੇ ਵਿੱਚ ਜਾ ਕੇ ਜਿਹੜਾ ਹੈਗਾ ਬਸ ਸਾਰੇ ਜਿਹੜੇ ਹੈਗੇ ਲੈ ਲਓ। ਸਾਰਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਵੀ ਹੁੰਦਾ ਹੈ ਬਈ, ਕੋਈ ਪਰਟੀਕੂਲਰ ਅਮਾਊਂਟ ਲੈ ਲੈਂਦੇ ਆ, ਕਹਿੰਦੇ ਜੋ ਮਰਜ਼ੀ ਲਈ ਜਾਓ, ਜਿੰਨਾ ਮਰਜ਼ੀ ਖਾਈ ਜਾਓ। ਬਸ ਉਹ ਜਿਹੜਾ ਹੈਗਾ ਉਹ ਚੀਜ਼ ਜਿਹੜੀ ਹੈਗੀ, ਇਹ ਗਿਆਨ ਇੰਦਰੀਆਂ ਆਪਾਂ ਨੂੰ ਉਹ ਚੀਜ਼ ਪਰੋਸਦੀਆਂ ਹੈ ਭਾਈ। ਇਹਨਾਂ ਨੇ ਮਿਲ ਜਾਣਾ ਹੈ। ਇਹਨਾਂ ਨੇ ਜਿਹੜਾ ਹੈ ਜਦ ਆਹ ਚੀਜ਼ ਦੇਖਣੀ ਹੈ, ਇਹਨਾਂ ਨੇ ਸੁਰਤ ਜਿਹੜੀ ਹੈਗੀ ਜਦ ਜਿਹੜੀ ਹੈਗੀ ਆ ਆਤਮਾ ਆਪਣੇ ਮਨ ਦੇ ਵਿੱਚ ਆ ਗਈ ਤੇ ਫਿਰ ਇਹ ਗਿਆਨ ਇੰਦਰੀਆਂ, ਇਹ ਮਨ ਜਿਹੜਾ ਹੈਗਾ ਮਨ ਜਿਹੜਾ ਗਿਆਨ ਇੰਦਰੀਆਂ ਮਨ ਨੂੰ ਦਿੰਦੀਆਂ, ਮਨ ਜਿਹੜਾ ਜਾਂਦਾ ਹੈ ਉਹਨਾਂ ਨੂੰ ਭੋਗਣ ਵਾਸਤੇ ਸਰੀਰ ਦੇ ਦੁਆਰਾ। ਔਰ ਜਦ ਮਨ ਨੂੰ ਆਹ ਜਿਹੜਾ ਹੈਗਾ ਆਹ ਜੋਤ ਵਾਲਾ ਕੰਮ ਜਿਹੜਾ ਹੈਗਾ ਆਹ ਸੁਣਨ ਦੇ ਵਿੱਚ ਜਿਹੜਾ ਹੈਗਾ ਆਹ ਚੀਜ਼ ਮਨ ਨੂੰ ਪਤਾ ਲੱਗੀ ਤੇ ਉਹਦੀਆਂ ਅੱਖਾਂ ਹੀ ਅੱਡੀਆਂ ਰਹਿ ਜਾਂਦੀਆਂ ਭਾਈ। ਆਹ ਸਵਾਦ ਜਿਹੜਾ ਹੈਗਾ ਉਹ ਤਾਂ 1 ਮਿੰਟ ਜਿਹੜਾ ਹੈਗਾ ਸੁਣ ਦੇ ਵਿੱਚ ਬੈਠਿਆ ਹੋਏ ਤੇ ਪੂਰਾ ਦਿਨ, ਮੈਂ ਕਹਿੰਦਾ ਹਫਤਾ ਜਿਹੜਾ ਹੈਗਾ ਇਨਸਾਨ ਨੂੰ ਜਿਹੜਾ ਹੈਗਾ ਖੁਸ਼ੀ ਕਿਹੜਾ ਚੜਿਆ ਰਹਿੰਦਾ, ਖੁਮਾਰ। ਫਿਰ ਇਹ ਜਿਹੜੇ ਹੈਗੇ ਫਿਰ ਇਹ ਗੁਰ ਭਾਈ ਹੋ ਜਾਂਦੇ ਭਾਈ। ਗੁਰ ਭਾਈ ਕੀ ਹੁੰਦਾ? ਜਿਨ੍ਹਾਂ ਦਾ ਇੱਕੋ ਹੀ ਕੰਮ ਹੈ ਭਾਈ, ਭਗਤੀ ਕਰਨੀ, ਗੁਰ ਭਾਈ ਹੋ ਗਏ। ਔਰ ਜਿਨ੍ਹਾਂ ਨੇ ਦਾਰੂ ਪੀਣਾ ਉਹ ਦਾਰੂ ਭਾਈ ਹੋ ਗਏ। ਜਿਨ੍ਹਾਂ ਨੇ ਹੋਰ ਦੂਸਰੇ ਐਪ ਕਰਨੇ ਉਹ ਸਾਰੇ ਜਿਹੜੇ ਹੈਗੇ ਉਹ ਉਸ ਟਾਈਪ ਦੀ ਸੁਸਾਇਟੀ ਹੁੰਦੀ ਹੈ। ਜਿਨ੍ਹਾਂ ਨੇ ਚੋਰੀ ਕਰਨੀ ਹੈ, ਜਿਨ੍ਹਾਂ ਨੇ ਜਿਹੜਾ ਹੈਗਾ ਜੂਆ ਖੇਡਣਾ ਹੈਗਾ ਉਹ ਉਹਨਾਂ ਦੀ ਸੰਗਤ ਹੁੰਦੀ ਹੈ। ਇਸ ਤਰੀਕੇ ਦੇ ਨਾਲ 5 ਦੇ 5 ਜਿਹੜੇ ਹੈਗੇ ਇਹ ਹੁਣ ਜਿਹੜੇ ਹੈਗੇ ਇਹ ਭਗਤੀ ਕਰਨ ਨੂੰ ਜਿਹੜੇ ਹੈਗੇ ਸਹਾਇਤਾ ਕਰਦੇ ਆ। ਚਰਨਜੀਤ ਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਭਾਜੀ, ਧੁਨ ਮੇ ਧਿਆਨ ਮੈਂ ਜਾਣਿਆ। ਜਿਹੜੀ ਧੁਨ ਆ ਇਹ ਅੰਦਰ ਪੈਦਾ ਹੁੰਦੀ ਆ, ਔਰ ਧਿਆਨ ਜਿਹੜਾ ਆ ਉਹ ਸੁਰਤੀ ਆ ਤੇਰੀ। ਉਹ ਸੁਰਤੀ ਜਿਹੜੀ ਆ ਉਹ ਧੁਨ ਨੂੰ ਫੜਦੀ ਆ ਤੇ ਉਹਦੇ ਵਿੱਚ ਹੀ ਬੰਦਾ, ਮਤਲਬ ਜਿੱਦਾਂ ਕਹਿੰਦੇ ਆ, ਅਸੀਂ ਇਸੇ ਕਰਕੇ ਸੁਣ ਚ ਬਹਿੰਦੇ ਆ ਕਿ ਉਹ ਜਿਹੜੀ ਸੁਰਤ ਆ ਉਹ ਬਾਹਰ ਜਾਣ ਦੀ ਬਜਾਏ, ਜਿੱਦਾਂ ਕਾਮ ਇੰਦਰੀਆਂ ਗਿਆਨ ਇੰਦਰੀਆਂ ਲੈ ਕੇ ਜਾਂਦੀਆਂ ਸਾਨੂੰ ਬਾਹਰ ਨੂੰ, ਮਤਲਬ ਕੋਈ ਵੀ ਵਿਚਾਰ ਲੈ ਕੇ ਜਾਂਦੇ, ਜੇ ਉਹ ਸੁਰਤ ਜਿਹੜੀ ਆ ਉਹ ਧੁਨ ਦੇ ਵਿੱਚ ਵਿਅਸਤ ਰਹੇ ਤਾਂ ਉਹੀ ਭਗਤੀ ਹੈ। ਬਿਲਕੁਲ ਉਹੀ ਭਗਤੀ ਹੈ, ਉਹੀ ਹੈ ਥਿਰ ਕਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਹੀ ਹੈਗੀ ਭਾਈ, ਉਹੀ ਭਗਤੀ ਹੈਗੀ। ਹਾਂਜੀ, ਔਰ ਉਹਦੇ ਬਾਅਦੋਂ ਤੁਸੀਂ ਇਹ ਕਿਹਾ ਧੁਨ ਮੇ ਧਿਆਨ ਮੈਂ ਜਾਣਿਆ। ਮਤਲਬ ਧੁਨ ਉਹ ਵੀ ਇੱਕ ਧੁਨ ਆ ਜਿਹੜੀ ਅੰਦਰੋਂ ਪ੍ਰਗਟ ਹੋਣੀ ਆ, ਜਿਸ ਲਈ ਤੂੰ ਇੱਕ ਬਹਿ ਜਾਣਾ ਇੱਕ ਚਿੱਤ ਹੋ ਕੇ, ਔਰ ਸੁਰਤੀ ਜਿਹੜੀ ਆ ਵੇਟ ਕਰਦਾ ਕਿ ਕਿਹੜੀ ਧੁਨ ਅੰਦਰ ਪੈਦਾ ਹੋ ਰਹੀ ਹੈ। ਉਹ ਧੁਨ ਆਟੋਮੈਟਿਕਲੀ ਪੈਦਾ, ਉਹ ਤਾਂ ਪੂਰੀ ਸ੍ਰਿਸ਼ਟੀ ਦੇ ਵਿੱਚ ਅਨਹਦ ਸ਼ਬਦ ਚੱਲ ਰਿਹਾ, ਉਹ ਤਾਂ ਕਦੀ ਬੰਦ ਹੀ ਨਹੀਂ ਹੋਇਆ, ਕਦੀ ਵੀ ਨਹੀਂ ਬੰਦ ਹੁੰਦਾ। ਬਸ ਆਪਾਂ ਜਿਹੜੇ ਹੈਗੇ ਆਪਣੇ ਅੰਦਰ ਹੀ ਜਿਹੜਾ ਸ਼ੋਰ ਹੈਗਾ, ਆਪਾਂ ਟਿਊਨ ਨਹੀਂ ਹੈਗੇ। ਆਪਾਂ ਟਿਊਨ ਕਰਨਾ ਹੈ, ਜਿਵੇਂ ਰੇਡੀਓ ਟਿਊਨ ਕਰਦੇ ਆ, ਇੱਕ ਪਰਟੀਕੂਲਰ ਫ੍ਰੀਕੁਐਂਸੀ ਤੇ ਟਿਊਨ ਕਰਨਾ ਹੈ, ਔਰ ਉੱਥੇ ਜਿਹੜਾ ਹੈਗਾ ਉਹ ਫਿਰ ਧੁਨ ਵਾਲਾ ਸਟੇਸ਼ਨ ਅਨਹਦ ਸ਼ਬਦ ਵੱਜਣ ਲੱਗ ਜਾਏਗਾ। ਹਾਂ, ਉਹ ਧੁਨ ਜਿਹੜੀ ਆ ਉਹ ਕੰਟੀਨਿਊਸ ਚੱਲਦੀ ਆ, ਪਰ ਤੂੰ ਆਲੇ ਦੁਆਲੇ ਘੁੰਮੀ ਜਾਣਾ, ਤੂੰ ਸੁਰਤੀ ਆਲੇ ਦੁਆਲੇ ਘੁਮਾਈ ਜਾਣਾ, ਤੂੰ ਆਪਣੇ ਆਪ ਨੂੰ ਸੁਰਤੀ ਨੂੰ ਉਹਦੇ ਵਿੱਚ ਟਿਊਨ ਨਹੀਂ ਕਰਦਾ। ਬਿਲਕੁਲ ਜਿਹੜਾ ਹੈਗਾ ਉਹ ਸਟੇਸ਼ਨ ਨਹੀਂ ਵੱਜੇਗਾ ਭਾਈ, ਉਹ ਸਟੇਸ਼ਨ ਨਹੀਂ ਵੱਜੇਗਾ ਜਿੱਥੇ ਆਪਾਂ ਸੁਰਤ ਲੈ ਕੇ ਜਾ ਰਹੇ ਹਾਂ। ਉਹ ਸਟੇਸ਼ਨ ਜਿਹੜਾ ਹੈ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਜਿਹੜਾ ਜਿੱਥੇ ਫ੍ਰੀਕੁਐਂਸੀ ਸੈੱਟ ਕੀਤੀ ਆ ਉਹ ਵੱਜਣਗੇ ਸਟੇਸ਼ਨ ਭਾਈ। ਠੀਕ ਹੈ ਜੀ। ਮਨ ਮੈਂ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ।
ਦੇਖ ਲਓ, ਬਿਲਕੁਲ ਸਿਸਟੇਮੈਟਿਕ ਪ੍ਰੈਕਟੀਕਲ ਹੈਗਾ ਭਾਈ। ਆਹ ਪ੍ਰੈਕਟੀਕਲ ਕਰਨਾ ਹੈ, ਆਹ ਭਗਤੀ ਭਾਈ। ਸਭ ਤੋਂ ਪਹਿਲਾਂ ਆਹ ਕੰਮ ਕਰੋ, ਉਸ ਤੋਂ ਬਾਅਦ ਗਿਆਨ ਲੈ ਲਓ ਭਾਈ। ਉਸ ਤੋਂ ਬਾਅਦ ਭਾਵੇਂ ਨਹਾ ਲਓ, ਨਿਤਨੇਮ ਕਰ ਲਓ, ਡਬਲ ਨਿਤਨੇਮ ਕਰ ਲਓ, ਟ੍ਰਿਪਲ ਨਿਤਨੇਮ ਕਰ ਲਓ, ਸਾਰਾ ਦਿਨ ਪਿਆ ਹੋਇਆ ਹੈ। ਬਸ ਆਹ ਚੀਜ਼ ਨਹੀਂ ਕੀਤੀ, ਬਾਕੀ ਸਾਰੀ ਜਿਹੜੀ ਹੈਗੀ ਤੁਹਾਡਾ ਜਿਹੜਾ ਹੈਗਾ ਤੁਰਾ ਹੀ ਹੈ ਨੀਗਾ, ਐਕਸਲ ਹੀ ਹੈ ਨੀਗਾ। ਉਹ ਤੇ ਜੀਵਨ ਦਾ ਪਹੀਆ ਕਿੱਧਰ ਘੁੰਮੂਗਾ ਭਾਈ? ਜਦ ਐਕਸਲ ਹੀ ਨਹੀਂ ਹੈਗਾ, ਬਾਕੀ ਸਾਰਾ ਕਰਮਕਾਂਡ ਹੋ ਜਾਏਗਾ। ਫਿਰ ਜਿਹੜਾ ਆ ਗਿਆਨ ਲੈ ਰਹੇ ਹਾਂ ਆਪਾਂ, ਬੈਠੇ ਹੈਗੇ ਆ, ਇਹ ਕਰਮਕਾਂਡ ਹੋ ਜਾਏਗਾ ਜਦ ਇਹਨੂੰ ਯੂਜ਼ ਹੀ ਨਹੀਂ ਕੀਤਾ ਆਪਾਂ ਨੇ। ਬਹੁਤ ਬਹੁਤ ਕੀਮਤੀ ਨੁਕਤਾ ਹੈਗਾ ਭਾਈ। ਮਨ ਮੈਂ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨਕੇ ਸਦ ਬਲਿਹਾਰੀ, ਜਿਨ ਏਕ ਸ਼ਬਦੇ ਲਿਵ ਲਾਈ। ਦੇਖੋ ਕੀ ਕਹਿ ਰਹੇ ਆ ਪਹਿਲੀ ਪਾਤਸ਼ਾਹੀ, ਕੀ ਕਹਿ ਰਹੇ। ਹੁਣ ਜਿਹੜਾ ਨਵਾਂ ਸ਼ਬਦ ਆ ਗਿਆ, ਇਹ ਲੜੀ ਜਿਹੜੀ ਹੈਗੀ ਸੰਕੋਚਣਗੇ 10ਵਾਂ ਤੇ 11ਵਾਂ, ਤੇ ਕੀ ਕਹਿ ਰਹੇ ਆ? ਕਹਿੰਦੇ ਮੈਂ ਤਾਂ ਉਹਨਾਂ ਦੇ ਹਮੇਸ਼ਾ ਬਲਿਹਾਰ ਜਾਣਾ ਹੈ, ਹਮੇਸ਼ਾ ਬਲਿਹਾਰ ਜਾਣਾ ਹੈ, ਜਿਹੜੇ ਆ ਪ੍ਰੈਕਟੀਕਲ ਕਰਦੇ ਆ, ਜਿਹੜੇ ਆ ਕਥ ਕਹਾਣੀ ਆ ਜਿਹੜੀ ਕਥਦੇ ਆ ਇਹਨੂੰ, ਜਿਹੜੇ ਪ੍ਰੈਕਟੀਕਲ ਕਰਦੇ ਆ, ਜਿਹੜੇ ਹੈਗੇ ਸਵੇਰੇ ਉੱਠਦੇ ਆ ਭਾਈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਵੀਰ ਜੀ ਹਾਂਜੀ, ਸੌਰੀ ਮੈਂ ਡਿਸਟਰਬ ਕਰ ਰਿਹਾ। ਦਸਵੇਂ ਪਾਤਸ਼ਾਹ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਹ ਖਾਲਸੇ ਬਾਰੇ ਗੱਲ ਕੀਤੀ ਆ। ਹਾਂ, ਕਬੀਰ ਜਨ ਪਏ ਖਾਲਸੇ, ਇੱਕ ਸ਼ਬਦ ਲਵਲਾਈ। ਹਾਂ, ਪ੍ਰੇਮ ਭਗਤ ਜਿਨ ਜਾਨੀ, ਪ੍ਰੇਮ ਭਗਤ ਜਿਨ ਜਾਨੀ। ਹਾਂਜੀ, ਪ੍ਰੇਮ ਭਗਤ ਜਿਨ ਜਾਨੀ ਹੈ। ਹਾਂ, ਤੇ ਬਹੁਤ ਵਧੀਆ ਜੀ, ਬਹੁਤ ਵਧੀਆ। ਖਾਲਸ ਤਾਂ ਬਣਨਾ ਹੈਗਾ ਜੀ, ਖਾਲਸ ਤਾਂ ਇਸ ਤਰੀਕੇ ਦੇ ਨਾਲ ਬਣਾਂਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਊਗਾ ਤਾਂ ਖਾਲਸ ਬਣਾਂਗੇ। ਆਹ ਖਾਲਸੇ ਕੋਈ ਜਿਹੜਾ ਹੈਗਾ, ਇਹ ਕਾਰ ਦੇ ਪਿੱਛੇ ਲਿਖਾਤਾ ਖਾਲਸਾ, ਉਹ ਸ਼ਿਮਲੇ ਗਏ ਉੱਤੇ ਲਿਖਿਆ ਖਾਲਸਾ ਬੂਟ ਹਾਊਸ, ਹੁਣ ਖਾਲਸਾ ਲਿਕਰ ਸਟੋਰ। ਆ ਕੀ ਕਰ ਰਹੇ ਹਾਂ ਆਪਾਂ? ਦੇਖ ਲਓ ਭਾਈ, ਇਹ ਗੱਲਾਂ ਦੇ ਨਾਲ ਥੋੜੀ ਨਾ ਹੋਣਾ ਹੈ, ਬਾਹਰੀ ਪਹਿਰਾਵੇ ਦੇ ਨਾਲ ਨਹੀਂ ਹੋਣਾ ਭਾਈ। ਇਹ ਖਾਲਸਾ ਜਿਹੜਾ ਹੈਗਾ ਅੰਦਰੋਂ ਬਣਨਾ ਹੈ, ਅੰਦਰੋਂ ਬਣਨਾ। ਇੱਕ ਸ਼ਬਦ ਲਵਲਾਈ। ਹਾਂ, ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ। ਬਹੁਤ ਵਧੀਆ ਜੀ, ਬਹੁਤ ਕਮਾਲ। ਰਾਮਕਲੀ ਮਹਲਾ ਪਹਿਲਾ। ਜਾਂ ਹਰ ਪ੍ਰਭ ਕਿਰਪਾ ਤਾਰੀ, ਤਾਂ ਹਉਮੈ ਵਿੱਚੋਂ ਮਾਰੀ। ਲਓ ਹੁਣ ਮਹਾਰਾਜ ਕਹਿੰਦੇ, ਮਾਲਕਾ ਤੂੰ ਕਿਰਪਾ ਕੀਤੀ ਆ, ਮੇਰਾ ਕੁਛ ਨਹੀਂ ਹੈਗਾ। ਤੂੰ ਕਿਰਪਾ ਕੀਤੀ ਹੈ, ਤੂੰ ਗੁਰੂ ਨੂੰ ਮਿਲਾਇਆ, ਤੂੰ ਗਿਆਨ ਦਿੱਤਾ ਹੈ, ਤੂੰ ਮੇਰੇ ਅੰਦਰ ਉਤਸ਼ਾਹ ਦਿੱਤਾ ਹੈ, ਤਾਂ ਜਿਹੜਾ ਹੈਗਾ ਇੱਕ ਸ਼ਬਦ ਲਿਵਲਾਈ ਵਾਲੀ ਗੱਲ ਬਣੀ ਹੈ, ਤਾਂ ਮੇਰੀ ਹਉਮੈ ਗਈ ਹੈ, ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਤਾਂ ਕੁਛ ਵੀ ਨਹੀਂ ਹੈ, ਸਰੀਰ ਤਾਂ ਕੁਛ ਵੀ ਨਹੀਂ ਹੈਗਾ ਮੇਰਾ। ਜਾਂ ਹਰ ਪ੍ਰਭ ਕਿਰਪਾ ਤਾਰੀ, प्रभु ने देखो हर भी लिखता, प्रभु भी लिखता। किरपा तारी ता हउमੈ विचों मारी, जाको अपनी किरपा तारे, सोजन रसना नाम उचारे। ਜਾਂ ਹਰ ਪ੍ਰਭ ਕਿਰਪਾ ਤਾਰੀ, ਤਾਂ ਹਉਮੈ ਵਿਚੋਂ ਮਾਰੀ, ਸੋ ਸੇਵਕ ਹੈ ਰਾਮ ਪਿਆਰੀ। ਹੁਣ ਇਹਦੇ ਇਸਤਰੀ ਲਿੰਗ ਲਿਖਿਆ ਹੋਇਆ, ਇੱਥੇ ਸੇਵਕ ਨਹੀਂ ਲਿਖਿਆ, ਸੇਵਕ ਕੱਕੇ ਨੂੰ ਸਿਆਰੀ ਪਾਤੀ। ਦਾਸੀ ਸੇਵਕੀ, ਉਹ ਕਹਿੰਦੇ ਆ ਉਹ ਭਾਈ, ਉਹ ਹੈ ਭਾਈ ਜੀਵ ਇਸਤਰੀ ਰਾਮ ਨੂੰ ਪਿਆਰੀ। ਮਾਲਕ ਪਰਮਾਤਮਾ ਦੀ ਖਾਸ ਉਹਦੀ ਲਿਸਟ ਦੇ ਵਿੱਚ ਆ ਗਈ, ਕਿਰਪਾ ਦ੍ਰਿਸ਼ਟੀ ਦੇ ਵਿੱਚ ਆ ਗਈ, ਉਹਦੇ ਤੇ ਕਿਰਪਾ ਕਰਤੀ। ਜਾਂ ਹਰ ਪ੍ਰਭ ਕਿਰਪਾ ਤਾਰੀ, ਤਾਂ ਹਉਮੈ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ। ਜੋ ਗੁਰ ਸ਼ਬਦੀ ਵਿਚਾਰੀ, ਜਿਹਨੇ ਗੁਰੂ ਤੋਂ ਗਿਆਨ ਲਿਆ, ਉਹਨੂੰ ਵਿਚਾਰਿਆ, ਔਰ ਵਿਚਾਰ ਕੇ ਸਿੰਗਾਰ ਕੀਤਾ, ਉਹਦਾ ਇੰਪਲੀਮੈਂਟ ਕੀਤਾ ਆਪਣੇ ਅੰਦਰ। ਸੋ ਹਰਜਨ ਹਰ ਪ੍ਰਭ ਭਾਵੈ। ਲਓ ਹੁਣ ਹਰਜਨ ਕਹਿਤਾ, ਉੱਪਰ ਸੇਵਕ ਕਹਿਤੀ, ਇਸਤਰੀਲਿੰਗ ਕਹਿਤੀ, ਹੁਣ ਪੁੱਲਿੰਗ ਦੇ ਵਿੱਚ ਲੈ ਲਓ। ਸੋ ਹਰਜਨ ਹਰ ਪ੍ਰਭ ਭਾਵੈ, ਮਾਲਕ ਨੂੰ ਉਹ ਚੰਗਾ ਲੱਗ ਜਾਂਦਾ ਹੈ, ਭਾ ਜਾਂਦਾ ਹੈ ਮਾਲਕ ਪਰਮਾਤਮਾ ਨੂੰ। ਕੌਣ? ਐਨਿਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੇ ਰਹਾਓ। ਐਨਿਸ ਰਾਤ ਦਿਨ, ਹੁਣ ਇੱਥੇ ਜਿਹੜਾ ਹੈਗਾ ਅੱਗੇ ਫਿਰ ਰਾਤ ਦਿਨ ਲਿਖਤਾ, ਫਿਰ ਦਿਨ ਰਾਤੀ ਵੀ ਲਿਖਤਾ। ਇੱਥੇ ਜਿਹੜਾ ਹੈਗਾ ਮੇਰੇ ਵਰਗੇ ਨੇ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਪਸਤ ਹੋ ਜਾਣੇ ਹੌਸਲੇ,
ਬਈ ਇਹ ਤਾਂ ਜੀ ਇਹ ਤਾਂ ਫਿਰ ਅਸੀਂ ਤਾਂ ਬੱਚੇ ਵੀ ਪੜ੍ਹਾਉਣੇ ਆ, ਅਸੀਂ ਤਾਂ ਕੰਮ ਵੀ ਕਰਨਾ ਹੈ, ਅਸੀਂ ਤਾਂ ਆ ਵੀ ਕਰਨਾ ਹੈ, ਅਸੀਂ ਤਾਂ ਐਂਟਰਟੇਨਮੈਂਟ ਵੀ ਕਰਨਾ ਹੈ। ਇੱਥੇ ਜਿਹੜਾ ਹੈਗਾ ਉਹ ਭਾਈ ਇਹ ਗੁਰਬਾਣੀ ਨੂੰ ਆਪਾਂ ਸਮਝੀਏ। ਇਹ ਅਹਿਨਿਸ ਦਾ ਮਤਲਬ ਹੈਗਾ ਭਾਈ ਤੂੰ ਕਰ ਤਾਂ ਸਹੀ, ਤੂੰ ਦੇਖ ਤਾਂ ਸਹੀ, ਤੈਨੂੰ ਤੇਰੇ ਅੰਦਰ 24 ਘੰਟੇ ਜਿਹੜੀ ਹੈਗੀ ਆਹੀ ਚੀਜ਼ ਚੱਲਣੀ ਹੈ। ਔਰ ਤੇਰੇ ਦੁਨਿਆਵੀ ਕੰਮ ਵੀ ਤੇਰੇ ਜਿਹੜੇ ਪਹਿਲੇ ਨਾਲੋਂ ਵਧੀਆ, ਤੇਰਾ ਕੰਸਨਟ੍ਰੇਸ਼ਨ, ਤੇਰਾ ਜਿਹੜਾ ਹੈਗਾ ਕਿਸੇ ਚੀਜ਼ ਨੂੰ ਬੁੱਝਣਾ ਤੇਰਾ ਫ੍ਰੈਕਸ਼ਨ ਆਫ ਸੈਕਿੰਡ ਦੇ ਵਿੱਚ ਹੋ ਜਾਏਗਾ। ਪਹਿਲਾਂ ਤੂੰ ਭਾਵੇਂ ਕਿੰਨਾ ਸਮਾਂ ਲਗਾ ਕੇ ਤੱਤ ਵਸਤੂ ਨੂੰ ਨਹੀਂ ਫੜ ਪਾਉਂਦਾ ਸੀਗਾ, ਔਰ ਇੰਨੀ ਸ਼ਾਰਪ ਹੋ ਜਾਏਗਾ ਤੇਰਾ ਮਾਈਂਡ ਕਿ ਅਗਲੇ ਨੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਕੱਢਿਆ ਔਰ ਤੂੰ ਉਹਦੀ ਤਹਿ ਦੇ ਵਿੱਚ ਪਹੁੰਚ ਜਾਏਗਾ। ਇੰਨਾ ਸ਼ਾਰਪ ਹੋ ਜਾਏਗਾ ਮਾਈਂਡ। ਸੋ ਹਰ ਜਨ ਹਰ ਪ੍ਰਭਾਵੈ, ਅਹਨਿਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੈ ਰਹਾਓ। ਕਹਿੰਦੇ ਲਾਜ ਦੁਨਿਆਵੀ ਲੋਕ ਦੁਨਿਆਵੀ ਕੀ ਕਹਿਣਗੇ ਭਾਈ, ਆ ਕੀ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ। ਭਾਈ ਚਲੋ ਬਿੱਲੀ ਤਾਂ ਚੱਲੀ ਆ, ਤੁਸੀਂ ਕੀ ਕਰ ਰਹੇ ਹੋ ਭਾਈ, ਤੁਸੀਂ ਕੀ ਕਰ ਰਹੇ ਹੋ। ਸੋ ਹਰ ਜਨ ਹਰ ਪ੍ਰਭਾਵੈ, ਅਹਨਿਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੈ ਰਹਾਓ। ਤੁਨ ਵਾਜੇ ਅਨਹਦ ਘੋਰਾ। ਦੇਖੋ ਫਿਰ ਧੁਨ ਆ ਗਈ ਆ। ਕਹਿੰਦੇ ਇੰਨੀ ਜ਼ਬਰਦਸਤ ਘੋਰ, ਬਹੁਤ ट्यून हो गया स्टेशन, फिर स्टेशन ही बोलना है भाई, फिर होर थोड़ी ना इधर उधर दी चीज़ां सुननियां आपां नूं। धुन वाजे अनहद घोरा, मन मान्या हर रस मोरा। लो फिर अगे हर रस आ जाता है, अमृत रस आ जाता है, अमर हो जाता है, और मन पतंदर मन जाता है भाई। बई आ तो मैनू चाहिदा ही चाहिदा, मैं तो इत्थे ये तो पीना भी है तो इशनान भी करना है। धुन वाजे अनहद घोरा, मन मान्या हर रस मोरा। ਗੁਰ ਪੂਰਾ ਸੱਚ ਸਮਾਇਆ। ਆ ਗੁਰ ਪੂਰੇ ਗੁਰੂ ਦੇ ਦੁਆਰਾ ਪਾਏ ਆ ਸੱਚ ਦੇ ਵਿੱਚ ਸਮਾ ਜਾਂਦੇ ਆ। ਸੱਚ ਹੋ ਗਿਆ। ਗੁਰ ਪੂਰਾ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ। ਵਾਹ ਗੁਰੂ ਆਦਿ ਪੁਰਖ, ਉਹ ਮਾਲਕ ਪਰਮਾਤਮਾ ਕ੍ਰੀਏਟਰ ਜਿਹੜਾ ਹੈਗਾ ਉੱਥੇ ਤੱਕ ਪਹੁੰਚ ਗਿਆ, ਇਨਸਾਨ ਪ੍ਰਗਟ ਹੋ ਗਿਆ। ਉਹ ਮਾਲਕ ਪਰਮਾਤਮਾ। ਇਹ ਸਾਰਾ ਕੁਛ ਕਿੱਥੋਂ ਹੋਇਆ? ਸਭ ਨਾਦ ਬੇਦ ਗੁਰਬਾਣੀ। ਆ ਦੇਖੋ ਭਾਈ, ਕਹਿੰਦੇ ਸਾਰਾ ਕੁਛ ਭਾਈ, ਸਾਰਾ ਕੁਛ, ਇਹ ਸਾਰੇ ਨਾਦ ਜਿਹੜੇ ਅਨਹਦ ਨਾਦ, ਸਾਰਾ ਜਿਹੜਾ ਗਿਆਨ, ਇਹ ਸਾਰਾ ਕੁਛ ਕਹਿੰਦੇ ਭਾਈ ਗੁਰੂ ਦੀ ਡਾਇਰੈਕਸ਼ਨ ਦੇ ਨਾਲ ਹੋਇਆ। ਗੁਰੂ ਨੇ ਜੋ ਮੈਨੂੰ ਗਿਆਨ ਦਿੱਤਾ, ਗੁਰੂ ਦੀ ਬਾਣੀ ਦੇ ਨਾਲ ਮੈਂ ਆਪ ਬਣ ਸਕਿਆ। ਸਭ ਨਾਦ ਵੇਦ, ਸਾਰਾ ਕੁਛ ਮੈਨੂੰ ਕੱਖ ਨਹੀਂ ਪਤਾ ਸੀਗਾ। ਮੈਂ ਤਾਂ ਭਾਈ ਨੱਕ ਪੂੰਝਣਾ ਵੀ ਨਹੀਂ ਆਉਂਦਾ ਸੀ ਮੈਨੂੰ। ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ। ਮਨ ਰਤਿਆ ਗਿਆ ਉਸ ਸਾਰੰਗ ਪਾਣੀ ਪਰਮਾਤਮਾ ਦੇ ਵਿੱਚ। ਆਪਾਂ ਨੂੰ ਤਾਂ ਜਿਹੜਾ ਹੈਗਾ ਬਿਲਕੁਲ ਇਹਦੇ ਬਾਰੇ ਜਦ ਆਪਾਂ ਨੂੰ ਜਿਹੜਾ ਗੁਰੂ ਦੇ ਆ ਗਿਆਨ ਮਿਲ ਗਿਆ, ਆਪਾਂ ਨੂੰ ਆ ਗਿਆਨ ਮਿਲ ਗਿਆ, ਗਿਆਨ ਆਪਣੇ ਅੰਦਰ ਘਰ ਕਰ ਗਿਆ, ਤੇ ਸਮਝ ਲਓ ਪਿਆਰਿਓ ਆਪਾਂ ਉਦਣ ਆਪਣਾ ਜਨਮ ਹੋਇਆ ਦੁਨੀਆ ਦੇ ਵਿੱਚ। ਬਾਕੀ ਆਪਾਂ ਜੋ ਕੁਛ ਵੀ ਜਿੰਨੇ ਵੀ ਨੰਗਾ ਦਿੱਤੇ ਉਹ ਨੰਗਾ ਦਿੱਤੇ, ਉਹ ਸਾਰੇ ਜਿਹੜੇ ਹੈਗੇ ਝੁੰਗੇ 'ਚ ਹੀ ਚਲੇ ਗਏ। ਸਭ ਨਾਦ ਵੇਦ ਗੁਰੂ ਘਰ ਜਨਮ ਲਿਆ ਪਾਏ, ਉਦੋਂ ਦਾ ਉਹਨੂੰ ਕਹਿੰਦੇ ਉਹ ਹੈ ਆਪਣਾ, ਉਹ ਜਨਮ ਹੈ ਆਪਣਾ। ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤਹਿ ਤੀਰਥ ਵਰਤ ਤਪ ਸਾਰੇ। ਲਓ ਦੇਖੋ ਕੀ ਕਹਿ ਰਿਹਾ। ਆ ਵੀਰ ਜੀ ਦੇ ਸਵਾਲ ਦਾ ਜਵਾਬ ਆ ਗਿਆ ਜੀ, ਜਿਹੜੇ ਕਹਿੰਦੇ ਸੀ ਨਹਾਉਣਾ ਚਾਹੀਦਾ ਪਹਿਲਾਂ ਕਿ ਨਹੀਂ। ਤਹਿ ਤੀਰਥ ਵਰਤ ਤਪ ਸਾਰੇ ਤੀਰਥ ਆ ਗਏ ਭਾਈ, ਸਾਰੇ ਵਰਤ ਵੀ ਹੋ ਗਏ, ਸਾਰੇ ਤਪ ਵੀ ਹੋ ਗਏ। ਕਮਾਲ ਹੈ ਜੀ, ਕਮਾਲ ਭਾਈ। ਦੇਖੋ ਇਹ ਕਦੀ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਦੀ ਆਪਾਂ ਨੇ ਵਿਚਾਰਿਆ ਨਹੀਂ ਸੀਗਾ। ਆ ਜਿਹੜੇ ਹੈਗੇ ਦੇਖੋ ਆ ਸ਼ਬਦਾਂ ਨੂੰ, ਔਰ ਸ਼ੁਰੂ 'ਚ ਹੀ ਰਾਮਕਲੀ ਰਾਗ ਦੇ ਸਟਾਰਟ ਦੇ ਵਿੱਚ ਹੀ ਲੜੀ ਹੈਗੀ ਹੈ 11 ਸ਼ਬਦਾਂ ਦੀ। ਭਾਜੀ ਆ ਜਿਹੜੀ ਤੁਸੀਂ ਕਹਿੰਦੇ ਨਾ ਨਹਾਉਣ ਪਾਉਣ ਦੀ, ਇਹ ਤਾਂ ਮੇਰੀ ਕੱਲ ਹੀ ਕਿਸੇ ਨਾਲ ਮਤਲਬ ਬੈਠੇ ਸੀ, ਗਿਆਨੀ ਧਿਆਨੀ ਪੂਰੇ ਮਤਲਬ ਸਿੰਘ ਅੰਮ੍ਰਿਤ ਛਕਿਆ, ਉਹਨਾਂ ਨਾਲ ਆਰਗਿਊ ਹੋ ਗਈ ਇਹ ਗੱਲ ਕਿ ਕਹਿੰਦੇ ਨਹੀਂ ਨਹਾਉਣਾ ਜ਼ਰੂਰੀ ਆ। ਮੈਂ ਕਿਹਾ ਜੀ ਸਰੀਰ ਦਾ ਕਿੰਨਾ ਕੁ ਗੰਦ ਮੈਲ ਧੋਂਗੇ, 9 ਖਾਨਿਆਂ 'ਚ ਤਾਂ ਗੰਦ ਪਿਆ, ਉਹ ਤਾਂ ਕਦੀ ਕੱਢਦੇ ਨਹੀਂ ਆਪਾਂ।
ਨਹੀਂ ਜੀ, ਤੁਸੀਂ ਕਹਿੰਦੇ ਆ ਕਿ ਨਹਾਉਣਾ ਧੋਣਾ ਚਾਹੀਦਾ, ਨਹੀਂ ਨਹਾਉਣਾ ਧੋਣਾ ਚਾਹੀਦਾ। ਨਹੀਂ, ਇੱਕ ਮਿੰਟ ਚਰਨਜੀਤ ਜੀ, ਮੈਨੂੰ ਇੱਕ ਚੀਜ਼ ਦੱਸ ਦਿਓ ਬਈ ਕਿਸੇ ਨੂੰ ਹੁਣ ਬੁਖਾਰ ਚੜਿਆ ਹੋਇਆ ਹੈ ਵਿਚਾਰੇ ਨੂੰ, ਤੇ ਉਹ ਭਗਤੀ ਕਰ ਹੀ ਨਹੀਂ ਸਕਦਾ ਫਿਰ? ਮੈਨੂੰ ਇਹ ਦੱਸੋ, ਉਹ ਭਗਤੀ ਨਹੀਂ ਕਰ ਸਕੇਗਾ? ਹਾਂਜੀ ਬਿਲਕੁਲ ਇਹੀ ਗਲਤ ਭਾਜੀ, ਉਹ ਸਮਾਂ ਖਰਾਬ ਹੋ ਜਾਂਦਾ। ਪ੍ਰੋਬਲਮ ਤਾਂ ਮੰਨਦੀ ਆ। ਹਾਂ ਨਹੀਂ, ਉਹ ਡਾਕਟਰ ਕਹਿੰਦੇ ਤੂੰ ਭਾਈ ਬੈੱਡ ਤੋਂ ਨਹੀਂ ਉੱਠਣਾ, ਬਸ ਲਓ ਕਰ ਲਓ ਫਿਰ। ਉਹ ਫਿਰ ਔਰ ਗਿਆ ਦਿਨ ਚਲਾ ਗਿਆ ਫਾਲਤੂ। ਭਾਜੀ ਇੱਕ ਵੱਡੀ ਬਹੁਤ ਪ੍ਰੋਬਲਮ ਆ ਕਿ ਆਲੇ ਦੁਆਲੇ ਕਿੰਨੇ ਕੁਛ ਬਾਹਰਲੇ ਅਸਤੂਲ ਸਰੀਰ ਨੂੰ ਸਵਾਰਨ ਲਈ ਚੀਜ਼ਾਂ ਬਣ ਰਹੀਆਂ। ਹਰ ਬੰਦਾ ਲੋਸਟ ਹੋਇਆ ਆ। ਫੈਕਟਰੀਆਂ ਲੱਗੀਆਂ ਮੂੰਹ ਨੂੰ ਪਾਲਿਸ਼ ਕਰਨ ਲਈ, ਬਾਲਾਂ ਨੂੰ ਲਾਉਣ ਲਈ, ਸਾਰੀਆਂ ਚੀਜ਼ਾਂ ਬਾਹਰਲੀ ਚੀਜ਼ ਲਈ ਆ। ਅੰਦਰ ਨੂੰ ਸਫਾਈ ਕਰਨ ਲਈ ਬਹੁਤ ਘੱਟ ਜਗ੍ਹਾ ਆ ਜਿੱਥੇ ਗੁਰੂ ਘਰ ਜਾਂਦੇ ਆ। ਪ੍ਰੋਬਲਮ ਇਹ ਆ। ਨਹੀਂ ਚਲੋ ਆਪਾਂ ਹੁਣ ਜਿਹੜੇ ਆ ਨਾ ਇਹਦੇ ਵਿੱਚ ਆਪਾਂ ਖਚਤ ਹੋ ਜਾਾਂਗੇ। ਤੇ ਅੰਤਰਗਤ ਤੀਰਥ ਮਲ ਨਾ ਹੋ, ਉੱਥੇ ਮਲ ਕੇ ਨਹਾਉਣਾ ਜਿੱਥੇ ਅੰਤਰਗਤ ਤੀਰਥ ਹੈ। ਬਸ ਆ ਤੀਰਥ ਦੱਸ ਰਹੇ ਵੀ ਸਾਰੇ ਤੀਰਥ ਹੋ ਗਏ ਭਾਈ, ਆ ਸਾਰੇ ਤੀਰਥ ਹੋ ਗਏ। ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤਹ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ। ਜਿਹਨੂੰ ਗਾਈਡ ਮਿਲ ਗਿਆ, ਜਿਹਨੂੰ ਆ ਬ੍ਰਹਮ ਗਿਆਨ ਦੇ ਦਿੱਤਾ। ਹੁਣ ਦੇਖੋ ਆਪਾਂ ਜਿਹੜੇ ਸਾਰੇ ਵਿਚਾਰ ਕਰ ਰਹੇ ਹਾਂ, ਔਰ ਸਾਰੇ ਦੇ ਸਾਰਿਆਂ ਦੇ ਅੰਦਰ ਜਿਹੜੀ ਹੈਗੀ ਇਹ ਗੱਲ ਜਿਹੜੀ ਹੈਗੀ ਆ, ਇਹ ਬਿਲਕੁਲ ਪੱਕਾ ਨਿਸਤਾਰਾ ਕਰ ਗਈ। ਆ ਗੁਰੂ ਦਾ ਗਿਆਨ ਪਾਈ, ਗੁਰ ਮਿਲਿਆ ਹਰ ਨਿਸਤਾਰੇ। ਪਰਮਾਤਮਾ ਨੇ ਇਸ ਤਰੀਕੇ ਦੇ ਨਾਲ ਆ ਜਿਹੜਾ ਹੈਗਾ ਕਰਮ ਕਾਂਡਾਂ ਤੋਂ ਬਚਾ ਕੇ, ਕਿਉਂਕਿ ਆਪਣੇ ਕੋਲ ਸਵਾਸ ਹੈਗੇ ਭਾਈ 24 ਘੰਟੇ ਤੇ ਜਿਹੜਾ ਪਤਾ ਵੀ ਨਹੀਂ ਲੱਗਦਾ ਰਾਤ ਕਦੋਂ ਹੋ ਗਈ, ਦਿਨ ਕਿਵੇਂ ਚਲਾ ਗਿਆ, ਇੱਕ ਪਤਾ ਹੀ ਨਹੀਂ ਲੱਗਦਾ। ਦੇਖ ਲਓ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਇੱਕ ਇਸ ਤਰ੍ਹਾਂ ਕਰਕੇ ਚੁਟਕੀ ਵਾਂਗੂ ਨਿਕਲ ਜਾਂਦੇ ਆ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਸਮਾਂ ਆਪਣਾ ਜਿਹੜਾ ਹੈਗਾ ਭਗਤੀ ਵੱਲ ਲਾ ਸਕਦੇ ਹਾਂ। ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦੇ ਹਾਂ। ਗੁਰ ਮਿਲਿਆ ਹਰ ਨਿਸਤਾਰੇ। ਪਰਮਾਤਮਾ ਇਸ ਤਰ੍ਹਾਂ ਗੁਰੂ ਨੂੰ ਮਿਲਾ ਕੇ, ਗਿਆਨ ਦੇ ਕੇ, ਭਗਤੀ ਕਰਵਾ ਕੇ ਸੰਸਾਰ ਸਮੁੰਦਰ ਤੋਂ ਕੱਢ ਲੈਂਦਾ ਹੈ। ਜਹ ਆਪ ਗਿਆ ਭਉ ਭਾਗਾ, ਆ ਆਪਣੀ ਹਉਮੈ ਜਾਂਦੀ ਹੈ ਭਾਈ। ਉਹ ਡਰ ਜਿਹੜਾ ਮਾਇਆ ਦਾ ਡਰ, ਸੰਸਾਰ ਦਾ ਡਰ ਖਤਮ ਹੋ ਜਾਂਦਾ ਹੈ। ਗੁਰ ਚਰਣੀ ਸੇਵਕ ਲਾਗਾ, ਗੁਰੂ ਦੇ ਚਰਨਾਂ ਦੇ ਨਾਲ ਸੇਵਕ ਲੱਗ ਗਿਆ ਭਾਈ। ਆਇਆ ਗੁਰੂ ਦਾ ਸਿੱਖ। ਗੁਰੇ ਸਤਿਗੁਰੇ ਭਰਮ ਚੁਕਾਇਆ, ਕਹਿੰਦੇ ਗੁਰੂ ਨੇ, ਸਤਿਗੁਰੂ ਨੇ, ਦੇਖੋ ਗੁਰੂ ਨੇ ਤੇ ਸਤਿਗੁਰੂ ਵੀ ਲਿਖ ਦਿੱਤਾ। ਗੁਰੇ ਸਤਿਗੁਰੇ ਭਰਮ ਚੁਕਾਇਆ। ਭਰਮ ਕੀ ਹੈਗਾ ਬਈ? ਭਰਮ ਹੈਗਾ ਆ ਮਾਇਆ, ਧੋਖਾ। ਆਪਾਂ ਰੱਸੀ ਨੂੰ ਸੱਪ ਸਮਝਿਆ ਹੋਇਆ, ਆ ਮਾਇਆ ਨੂੰ ਆਪਾਂ ਸੱਚ ਸਮਝਿਆ ਹੋਇਆ, ਸਰੀਰ ਨੂੰ ਆਪਾਂ ਸੱਚ ਸਮਝਿਆ ਹੋਇਆ। ਆਹੀ ਤਾਂ ਰੱਸੀ ਨੂੰ ਸੱਚ ਆਪਾਂ ਸਮਝ ਰਹੇ ਭਾਈ। ਸੱਪ ਆ ਸਰੀਰ ਜਿਹੜਾ ਹੈਗਾ ਇਹ ਰੱਸੀ ਨੂੰ, ਇਹਨੂੰ ਆਪਾਂ ਸੱਪ ਸਮਝਿਆ, ਇਹਨੂੰ ਸੱਚ ਸਮਝ ਲਿਆ। ਆ ਪਰਿਵਾਰ ਨੂੰ ਸੱਚ ਸਮਝ ਲਿਆ। ਹਾਲਾਂਕਿ ਸਾਰੇ ਦੇ ਸਾਰੇ ਯਾਤਰਾ ਦੇ ਹੱਥ, ਉਹਨਾਂ ਨੇ ਵੀ ਧਿਆਨ ਸਿਮਰਨ ਕਰਕੇ ਉਹਨਾਂ ਨੇ ਵੀ ਕਰਨਾ ਹੈ ਭਾਈ। ਆਪਾਂ ਤਾਂ ਕਦੀ ਜਿਹੜਾ ਹੈਗਾ ਨਾ ਕਦੀ ਬੱਚਿਆਂ ਨੂੰ, ਨਾ ਕਦੀ ਘਰ ਵਾਲੀ ਨੂੰ, ਨਾ ਕਦੀ ਕਿਸੇ ਨੂੰ ਕਦੀ ਆਹ ਚੀਜ਼ ਤਾਂ ਸਿਖਾਈ ਨਹੀਂ ਹੈ। ਆਹ ਗਿਆਨ ਤਾਂ ਕਦੀ ਦਿੱਤਾ ਹੀ ਨਹੀਂ ਹੈ। ਮੇਰੇ ਵਰਗੇ ਨੂੰ ਤਾਂ ਆਇਆ ਹੀ ਨਹੀਂ ਹੈ ਭਾਈ, ਦੇਣਾ ਕਿੱਥੋਂ ਆ? ਅਸੀਂ ਤਾਂ ਕਰਮ ਕਾਂਡਾਂ ਦੇ ਵਿੱਚ ਪਏ ਸੀਗੇ, ਨਹਾਓ ਧੋ ਨਿਤਨੇਮ ਕਰ ਲਓ ਜੀ, ਬਸ ਸਾਰਾ ਕੁਛ ਇੱਧਰ ਚਲੇ ਜਾਓ, ਉੱਧਰ ਚਲੇ ਜਾਓ। ਬਸ ਇਸ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ, ਜਿਹੜਾ ਆਪ ਹੀ ਜਿਹੜਾ ਹੈਗਾ ਨਹੀਂ ਗਿਆਨ ਹੈਗਾ ਤੇ ਅਸੀਂ ਕਰ ਕੀ ਸਕਦੇ ਹਾਂ ਭਾਈ? ਇਹ ਤਾਂ ਦੇਖੋ ਮਾਲਕ ਦੀ ਮਰਜ਼ੀ ਹੈਗੀ ਆ, ਉਹਨੇ ਕਿਸ ਜੰਕਸ਼ਨ ਦੇ ਉੱਤੇ ਆਪਾਂ ਨੂੰ ਗਿਆਨ ਦੇਣਾ ਹੈ ਭਾਈ। ਨਹੀਂ ਆਪਾਂ ਕੁਛ ਨਹੀਂ ਕਹਿ ਸਕਦੇ। ਮੈਂ ਤਾਂ ਕਹਿੰਦਾ ਹੈ ਕਿ ਮਾਲਕ ਨੇ ਇੱਥੇ ਤੱਕ ਪਹੁੰਚਾ ਦਿੱਤਾ, ਇੱਦਾਂ ਹੀ ਜਿਹੜਾ ਹੈਗਾ ਮੈਂ 1000 ਜਨਮ ਲੈ ਕੇ ਸ਼ੁਕਰੀਆ ਨਹੀਂ ਕਰ ਸਕਦੀ। ਜਹ ਆਪ ਗਿਆ ਭਉ ਭਾਗਾ, ਗੁਰ ਚਰਣੀ ਸੇਵਕ ਲਾਗਾ, ਗੁਰ ਸਤਿਗੁਰੇ ਪਰਮ ਚੁਕਾਇਆ, ਕਹੋ ਨਾਨਕ ਸ਼ਬਦੇ ਮਿਲਾਇਆ। ਬਸ ਅਖੀਰ 'ਚ ਕਹਿੰਦੇ ਸ਼ਬਦ ਦੇ ਨਾਲ ਆਹੀ ਗੁਰੂ ਦੀ ਮੱਤ ਹੈਗੀ ਭਾਈ, ਆਹੀ ਸ਼ਬਦ ਹੈਗੇ, ਇਹਦੇ ਨਾਲ ਹੀ ਪਰਮਾਤਮਾ ਨੂੰ ਮਿਲਾਉਣਾ ਹੈਗਾ। ਆਹੀ ਭਗਤੀ ਹੈਗੀ ਭਾਈ, ਇਹ ਪ੍ਰੇਮ ਭਗਤੀ, ਇਹ ਗਿਆਨ ਧਿਆਨ, ਬਸ ਆਹੀ ਐਕਸ਼ਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਆਪਾਂ ਸਾਰ ਹੀ ਨਹੀਂ ਜਾਣਦੇ। ਆ ਗਿਆਨ ਧਿਆਨ ਤੇ ਕਰਮ ਆਪਾਂ ਕਰਦੇ ਹੀ ਨਹੀਂ ਆ। ਆਹੀ ਤਿੰਨ ਚੀਜ਼ਾਂ ਹੀ ਤਾਂ ਹੈਗੀਆਂ ਭਾਈ। ਗਿਆਨ ਧਿਆਨ ਤੇ ਐਕਸ਼ਨ। ਆਪਣੇ ਜਿਹੜੇ ਕਰਮ ਕੀ ਕਰ ਰਹੇ ਹਾਂ ਬਾਅਦ ਵਿੱਚ, ਆਪਾਂ ਦਿਨੇ ਕੀ ਕਰ ਰਹੇ ਹਾਂ ਆਪਾਂ?
जह आप गया पौ भागा गुर चरणी सेवक लागा गुर सतगुरे परम चुकाया कहो नानक शब्दे मिलाया। रामकली महला पहला आखिरी लड़ी का मोती अज का आखिरी शब्द छादन भोजन मांगत भागै। अजोगी ਜਿਹੜੇ ਹੁੰਦੇ ਆ ਕੀ ਕਰਦੇ ਆ ਵਿਚਾਰੇ ਘਰ ਗ੍ਰਸਤੀ ਟੱਬਰ ਕੰਮ ਕਾਰ ਛੱਡ ਦਿੰਦੇ ਆ ਸਾਰਾ ਛੱਡ ਕੇ ਤੇ ਜੰਗਲਾਂ ਚਲੇ ਜਾਂਦੇ ਆ। ਉੱਥੇ ਫਿਰ ਜਿਹੜਾ ਹੈਗਾ ਛਾਦਨ ਵੀ ਚਾਹੀਦਾ ਭੋਜਨ ਵੀ ਚਾਹੀਦਾ ਪਾਏ। ਛਾਦਨ ਕਹਿੰਦੇ ਆ ਕੱਪੜੇ ਕੁੱਪੜੇ ਜਿਹੜੇ ਹੈਗੇ ਪੇਟ ਜਿਹੜਾ ਹੈਗਾ ਇਹ ਤਾਂ ਮੰਗਦਾ ਹੈ ਪਾਏ ਖੁਰਾਕ ਬਸ ਇਹਦੇ ਪਿੱਛੇ ਭੱਜੀ ਜਾਂਦੇ ਆ। ਫਿਰ ਛਾਦਨ ਭੋਜਨ ਮੰਗਤ ਭਾਗੈ ਖੁਦੀਆ ਦੁਸ਼ਟ ਜਲੇ ਦੁੱਖ ਆ ਗਏ। ਔਰ ਜਿਹੜਾ ਹੈਗਾ ਭੁੱਖ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਇੰਨੀ ਜਿਹੜੀ ਆ ਤੀਖਣ ਜਿਹੜੀ ਹੈ ਦੁਸ਼ਟ ਕਹਿੰਦੇ ਆ ਇਹਦੇ ਵਿੱਚ ਹੀ ਜਿਹੜਾ ਹੈਗਾ ਸੜਦੇ ਰਹਿੰਦਾ ਇਨਸਾਨ ਔਰ ਦੁੱਖ ਹੀ ਮਿਲਦਾ ਹੈ ਭਾਈ ਕਿਉਂਕਿ ਭਗਤੀ ਤਾਂ ਕਰ ਹੀ ਨਹੀਂ ਰਿਹਾ ਉਹ ਇਨਸਾਨ। ਇਸ ਵਾਸਤੇ ਦੇਖੋ ਬਾਣੀ ਕਿੰਨੀ ਕਹਿੰਦੀ ਬਾਣੀ ਕਹਿੰਦੀ ਹੈ ਕਿਤੇ ਨਹੀਂ ਜਾਣਾ ਪਹਿਲਾਂ ਤਾਂ ਆਪਣਾ ਕੰਮ ਕਰ ਭਾਈ ਹੱਥ ਪੈਰ ਦਿੱਤੇ ਤੈਨੂੰ ਕੰਮ ਕਰ ਇਹ ਸਰੀਰ ਨੂੰ ਯੂਜ਼ ਕਰ ਨਹੀਂ ਤਾਂ ਜਿਹੜਾ ਹੈਗਾ ਇਹ ਸਰੀਰ ਜਿਹੜਾ ਹੈਗਾ ਰੋਗੀ ਹੋ ਜਾਏਗਾ। ਔਰ ਪੇਟ ਜਿਹੜਾ ਹੈਗਾ ਜਾਂ ਪੇਟ ਨੂੰ ਆਪਣੇ ਨੂੰ ਭਰਨ ਦਾ ਜਿਹੜਾ ਹੈਗਾ ਆਪਣੇ ਟੱਬਰ ਨੂੰ ਜਿਹੜਾ ਹੈਗਾ ਦੇ ਜਿਹੜੀ ਤੇਰੀ ਜ਼ਿੰਮੇਵਾਰੀ ਹੈਗੀ ਆ ਉਸ ਦੇ ਨਾਲ ਫਿਰ ਭਗਤੀ ਵਾਸਤੇ ਸਮਾਂ ਕੱਢ। ਛਾਦਨ ਭੋਜਨ ਮੰਗਤ ਭਾਗੈ ਖੁਦੀਆ ਦੁਸ਼ਟ ਜਲੇ ਦੁਖ ਆਗੈ ਗੁਰਮਤਿ ਨਹੀਂ ਲੀਨੀ ਦੁਰਮਤ ਪਤ ਕੋਈ। ਕਹਿੰਦੇ ਕਿਉਂ ਪ੍ਰੋਬਲਮ ਆ ਰਹੀ ਹੈ ਕਿਉਂ ਇਹ ਜੋਗੀ ਜਿਹੜੇ ਕੰਨ ਪੜਾ ਕੇ ਜਿਹੜੇ ਹੈਗੇ ਇਹ ਜਿਹੜੇ ਭਗਵੇ ਪਾ ਕੇ ਜਿਹੜੇ ਹੈਗੇ ਕੋਈ ਲੰਗੋਟੀਆਂ ਕੱਸ ਕੇ ਜਿਹੜੇ ਹੈਗੇ ਕੋਈ ਬਾਲ ਜਟਾਵਾਂ ਜਿਹੜਾ ਬਣਾ ਕੇ ਜਿਹੜੇ ਹੈਗੇ ਇੱਧਰ ਉੱਧਰ ਕਿਉਂ ਭੱਜ ਰਹੇ ਕਹਿੰਦੇ ਕਿਉਂ ਮੰਗਤੇ ਹੋ ਰਹੇ ਆ ਕਿਉਂ ਜਿਹੜੇ ਦਰ ਤੇ ਜਾ ਰਹੇ ਆ। ਗੁਰਮਤ ਨਹੀਂ ਲੈਣੀ ਦੁਰਮਤ ਪਤ ਕੋਈ ਕਹਿੰਦੇ ਗਾਈਡ ਨਹੀਂ ਹੈਗਾ ਇਹਨਾਂ ਦੇ ਕੋਲ ਆਪਣੇ ਗੁਰੂ ਦੀ ਮੱਤ ਨਹੀਂ ਹੈਗੀ। ਗੁਰਮਤ ਨਹੀਂ ਲੈਣੀ ਆ ਸਾਰੀ ਕੀ ਹੈਗੀ ਆ 1430 ਅੰਗ ਜਿਹੜੇ ਹੈਗੇ ਗੁਰਮਤ ਹੈਗੀ ਪਾਈ ਗੁਰਮਤ ਹੈਗੀ ਹੈ ਇਹ ਗੁਰੂ ਦੀ ਮੱਤ ਹੈਗੀ ਹੈ। ਗੁਰਮਤ ਨਹੀਂ ਲੈਣੀ ਆਪਾਂ ਲੈਂਦੇ ਹੀ ਨਹੀਂ ਆ ਜੋ ਇੱਧਰੋਂ ਸੁਣ ਲਿਆ ਤਾਂ ਪੜ੍ਹਨ ਤੇ ਹੀ ਰੱਖਿਆ ਹੋਇਆ ਪਾਏ ਇਹ ਤਾਂ ਪਾਠ ਹੀ ਕਰਨ ਤੇ ਰੱਖਿਆ ਹੋਇਆ ਆਪਾਂ ਨੇ ਇਹ ਤਾਂ ਲੈਣੀ ਆ। ਦੇਖੋ ਇਹ ਬਾਣੀ ਤਾਂ ਕਹਿ ਰਹੀ ਹੈ ਲੈਣੀ ਆ ਪਿਆਰਿਆ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਇਹ ਲੈਣੀ ਕੀ ਹੋਈ ਬਈ ਇਹ ਜੋ ਕਹਿ ਰਹੀ ਹੈ ਉਹ ਤੈਨੂੰ ਕਰਨਾ ਪਊਗਾ। ਗੁਰਮਤ ਨਹੀਂ ਲੈਣੀ ਦੁਰਮਤ ਪਤ ਕੋਈ ਤੇ ਫਿਰ ਗੁਰਮਤ ਨਹੀਂ ਲਏਗਾ ਤੇ ਦੁਰਮਤ ਤਾਂ ਆਟੋਮੈਟਿਕਲੀ ਉਹਨੇ ਤੇਰੇ ਕੋਲ ਹੈਗੀ ਆ ਤੇ ਉਹਨੇ ਤੇਰੀ ਇੱਜ਼ਤ ਗਵਾ ਦੇਣੀ ਆ ਪਾਏ। ਇੱਥੇ ਲੋਕ ਦੇ ਵਿੱਚ ਵੀ ਕੱਖ ਨਹੀਂ ਬਣਨਾ ਤੇਰਾ ਤੇ ਅੱਗੇ ਜਾ ਕੇ ਧਰਮਰਾਜ ਨੇ ਡੱਕਰ ਦੇਣਾ ਤੈਨੂੰ। ਉਹਨੇ ਕੁਐਸਚਨ ਕਰ ਲੈਣਾ ਪਾਏ ਦੱਸ ਦੇ ਪਾਏ ਮੈਨੂੰ ਤਾਂ ਇੱਥੇ ਬਿਠਾਇਆ ਹੋਇਆ ਇਸ ਕਰਕੇ ਬਈ ਜਿਹੜਾ ਹੈਗਾ ਬਈ ਚੈੱਕ ਕਰਨਾ ਹੈ ਬਈ ਦੁਨੀਆ ਦੇ ਵਿੱਚ ਮਨੁੱਖ ਸਰੀਰ ਦਿੱਤਾ ਹੈ ਤੇ ਕੀ ਕਰਕੇ ਆਇਆ ਪਾਏ। ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਕਹਿੰਦੇ ਮਾਲ ਆ ਇੰਸਟਰਕਸ਼ਨ ਹੈ ਆ ਬਾਣੀ ਹੈ ਤੇਰੀ ਬਾਣੀ ਸੁਖਮਨੀ ਸਾਹਿਬ ਤੂੰ ਕਿੰਨੀ ਵਾਰੀ ਕੋਟਾ ਲਾਇਆ ਹੈ ਦੱਸ ਦੇ ਤੂੰ ਆ ਤੁਕ ਪੜ੍ਹੀ ਸੀ ਕਦੀ। ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਪਿਆਰਿਆ ਭਜਨ ਦਿਖਾ ਦੇ ਉਸ ਗੋਬਿੰਦ ਦਾ ਮਾਲਕ ਦਾ ਤਾਂ ਗੱਲ ਬਣ ਜਾਏਗੀ। ਮੈਂ ਤਾਂ ਇੱਕ ਤਿਲ ਵੀ ਨਹੀਂ ਮੰਨਦਾ ਤਿਲ ਜਿੰਨਾ ਵੀ ਨਹੀਂ ਮੰਨਦਾ ਪਾਏ ਤਿਲ ਜਿੰਨਾ ਵੀ ਨਹੀਂ ਮੰਨਦਾ। ਛਾਦਨ ਭੋਜਨ ਮੰਗਤ ਭਾਗੈ ਖੁਦੀਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ। ਇਹ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤਾਂ ਤਿਆਰ ਬੈਠੇ ਹੁੰਦੇ ਆ ਪਾਏ ਬਸ ਤੂੰ ਰੱਬ ਵਾਲੇ ਪਾਸੇ ਤੋਂ ਨਹੀਂ ਹੈਗਾ ਤੇ ਫਿਰ ਤਾਂ ਡੇਗਿਆ ਬੰਦੇ ਨੂੰ। ਗੁਰਮਤਿ ਭਗਤ ਪਾਵੈ ਜਨ ਕੋਈ। ਦੇਖੋ ਜਨ ਔਰ ਕੋਈ ਕਹਿੰਦੇ ਕੋਈ ਇਹਦਾ ਗ੍ਰਾਹਕ ਹੀ ਹੈ ਨੀਗਾ ਕੋਈ ਗ੍ਰਾਹਕ ਹੀ ਹੈ ਨੀਗਾ। ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤਿ ਭਗਤ ਪਾਵੈ ਜਨ ਕੋਈ। ਨਾਮ ਵਖਰ ਦੇਖਣ ਕੋਈ ਜਾਏ ਨਾ ਕੋ ਚਾਖੈ ਨਾ ਕੋ ਖਾਏ। ਕਹਿੰਦੇ ਇਹ ਸੌਦਾ ਲੈਣ ਵਾਸਤੇ ਗੁਰੂ ਦੀ ਹੱਟੀ ਤੇ ਕੋਈ ਆਉਂਦਾ ਹੀ ਨਹੀਂ ਹੈ। ਕੋਈ ਜਿਹੜੇ ਆਉਂਦੇ ਵੀ ਆ ਤੇ ਉਹ ਚੱਖਦੇ ਵੀ ਨਹੀਂ ਆ ਖਾ ਕੇ ਵੀ ਨਹੀਂ ਦੇਖਦੇ ਟੈਸਟ ਵੀ ਨਹੀਂ ਕਰਦੇ।
ਮਾੜਾ ਜਿਹਾ ਵੀ ਧਿਆਨ ਸਿਮਰਨ ਨਹੀਂ ਕਰਦੇ, ਕਰਕੇ ਦੇਖਦੇ ਹੀ ਨਹੀਂ ਹੈ ਭਾਈ। ਇਹ ਨਾਮ ਸੌਦਾ ਜਿਹੜਾ ਹੈਗਾ ਗੁਰੂ ਦੀ ਹੱਟੀ ਤੋਂ ਮਿਲਦਾ ਹੈਗਾ, ਇਹਨੂੰ ਦੇਖੀਏ ਤਾਂ ਸਹੀ ਹੈ ਕੀ ਹੈਗਾ, ਇਹ ਕਰਕੇ ਤਾਂ ਦੇਖੀਏ ਧਿਆਨ ਸਿਮਰਨ ਭਾਈ, ਇਹਦੇ ਨਾਲ ਹੁੰਦਾ ਕੀ ਹੈਗਾ। ਸੁਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ, ਬੈਠ ਕੇ ਤਾਂ ਦੇਖੀਏ ਭਾਈ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਕਹਿੰਦੇ ਨਾਮ ਵੱਖਰ ਦੇਖਣ ਕੋਈ ਆਏ, ਨਾ ਕੋ ਚਾਖੈ ਨਾ ਕੋ ਖਾਏ। ਕੋਈ ਲੈਂਦਾ ਹੀ ਨਹੀਂ ਹੈ, ਚੱਖਦਾ ਵੀ ਨਹੀਂ ਹੈਗਾ। ਕੈਸੀ ਜਿਹੜੀ ਹੈਗੀ ਵਿਡੰਬਨਾ ਹੈਗੀ, ਕੈਸੀ ਮਾਇਆ ਹੈਗੀ ਆ। ਗੁਰਮਤਿ ਭਗਤ ਪਾਵੈ ਜਨ ਕੋਈ, ਕੋਈ ਟਾਵਾਂ ਜਿਹੜਾ ਹੈਗਾ ਭਾਵੇਂ ਮਤਲਬ ਇਹ ਥੋੜੀ ਨਾ ਵੀ ਮਾਲਕ ਦਿੰਦਾ ਨਹੀਂ ਹੈਗਾ ਭਾਈ, ਬੜੀ ਰੇਅਰ ਹੈਗੀ ਆ ਨਾ, ਲੈਂਦਾ ਹੀ ਨਹੀਂ ਹੈਗਾ ਕੋਈ। ਤੇ ਦੇਖ ਲਓ ਜੋ ਜੋਗੀ ਕੀ ਕਰੀ ਜਾ ਰਹੇ ਆ ਫਿਰ। ਛਾਦਨ ਭੋਜਨ ਮੰਗਤ ਭਾਗੇ, ਖੁਦਿਆ ਦੁਸ਼ਟ ਜਲੇ ਦੁਖ ਆਗੇ। ਗੁਰਮਤ ਨਹੀਂ ਲੀਨੀ ਦੁਰਮਤ ਪਤ ਕੋਈ, ਗੁਰਮਤ ਭਗਤ ਪਾਵੈ ਜਨ ਕੋਈ। ਗੁਰਮਤ ਕੀ ਆ? ਭਗਤੀ ਹੈਗੀ ਭਾਈ, ਪ੍ਰੈਕਟੀਕਲ ਹੈਗਾ, ਇਹਨੂੰ ਗੁਰਮਤ ਕਹਿੰਦੀ ਹੈ ਬਾਣੀ। ਗੁਰਮਤ ਭਗਤ ਪਾਵੈ ਜਨ ਕੋਈ, ਜੋਗੀ ਜੁਗਤੇ ਸਹਿਜ ਕਰ ਵਾਸੈ। ਆ ਜੁਗਤੀ ਲੈ ਲਾ ਪਿਆਰਿਆ, ਗੁਰਮਤ ਲੈ ਲਾ, ਭਗਤੀ ਲੈ ਲਾ, ਸਹਿਜ ਘਰ ਦੇ ਵਿੱਚ ਵਸ ਜਾ। ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਪੀਖਿਆ ਭਾਏ ਸ਼ਬਦੇ ਤ੍ਰਿਪਤਾਸੈ ਰਹਾਓ। ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਸਮ ਦ੍ਰਿਸ਼ਟੀ ਆ ਜਾਏਗੀ ਭਾਈ। ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਦਿਖੂਗਾ, ਸਾਰਿਆਂ ਦੇ ਵਿੱਚ ਤੇਰੇ ਵਿਚਾਰ ਨਹੀਂ ਜਾਣਗੇ, ਕਿਸੇ ਦੇ ਪ੍ਰਤੀ ਪਲੱਸ ਜਾਂ ਮਾਈਨਸ ਨਹੀਂ ਹੋਏਗਾ, ਸਮ ਦ੍ਰਿਸ਼ਟੀ ਤੇ ਰਹੇਗਾ। ਪੀਖਿਆ ਭਾਏ, ਆ ਪੀਖਿਆ ਮਿਲ ਜਾਏਗੀ ਭਾਈ। ਭਾਏ ਪਿਆਰ, ਸ਼ਬਦ ਦੇ ਤ੍ਰਿਪਤਾ ਸੇ, ਸ਼ਬਦ ਦੇ ਨਾਲ ਤ੍ਰਿਪਤ ਹੋ ਜਾਏਗਾ। ਆ ਜਿਹੜੇ ਧਿਆਨ ਸਿਮਰਨ ਦੇ ਨਾਲ ਤ੍ਰਿਪਤ ਹੋ ਜਾਏਗਾ ਔਰ ਮਾਲਕ ਦੇ ਨਾਲ ਪਿਆਰ ਪੈ ਜਾਏਗਾ ਭਾਈ। 24 ਘੰਟੇ ਦੀ ਗੱਲਬਾਤ ਹੋ ਜਾਏਗੀ, ਅਹਨਿਸ ਹੋ ਜਾਏਗੀ, ਰਾਤ ਦਿਨ ਹੋ ਜਾਏਗੀ ਕਾਰਵਾਈ। ਰਹਾਓ ਉਹ ਰਾਤ ਦੇ ਕੋਈ ਇਨਸਾਨ ਹੈਗਾ ਜਿਸ ਤਰੀਕੇ ਦੇ ਨਾਲ ਜਿਹੜਾ ਮੰਨ ਲਓ ਕੋਈ ਤਰਖਾਣ ਹੈਗਾ, ਲੋਹਾਰ ਹੈਗਾ, ਜਿਹੜਾ ਹੈਗਾ ਉਹ ਕਰੀ ਜਾ ਰਿਹਾ, ਜਿਹੜਾ ਪਿੰਡ ਦੇ ਵਿੱਚ ਕੰਮ ਕਰ ਰਿਹਾ ਹੈ, ਜਿਹੜਾ ਲੱਕੜਾਂ ਦਾ ਕੰਮ ਕਰ ਰਿਹਾ ਹੈ, ਜਿਹੜੇ ਹੈਗੇ ਆ ਰੰਬੇ ਪਹਿਲਾਂ ਬਣਾਉਂਦੇ ਸੀਗੇ, ਹਲ ਹੁਲ ਬਣਾਉਂਦਾ ਸੀਗਾ, ਹੋਰ ਜਿਹੜਾ ਕਈਆਂ ਦੇ ਦਸਤੇ ਲਾ ਦਿੱਤੇ, ਹੋਰ ਮੰਜੇ ਮੁੰਜੇ ਜਿੰਨੇ ਵੀ ਸਾਰੇ ਕਰੀ ਜਾਂਦਾ। ਉਹ ਕਹਿੰਦੇ ਬਈ ਉਹ ਜਿਹੜਾ ਹੈਗਾ ਸਰਦਾਰਾ ਸਿੰਘ ਕਹਿੰਦੇ ਤੂੰ ਯਾਰ ਜਿਹੜਾ ਹੈਗਾ ਤੂੰ ਸਾਰਾ ਦਿਨ ਇਹੀ ਕੰਮ ਕਰੀ ਜਾਂਦਾ, ਰਾਤ ਦਿਨ ਜਿਹੜਾ ਹੈਗਾ ਇੱਕੋ ਹੀ ਕੰਮ ਹੈ ਤੇਰੇ ਕੋਲ, ਕਦੀ ਜਿਹੜਾ ਹੈਗਾ ਸਾਡੇ ਨਾਲ ਵੀ ਆ ਕੇ ਬੈਠ ਜਾਇਆ ਕਰ। ਹੁਣ ਉਹ ਰਾਤ ਦਿਨ ਜਿਹੜਾ ਹੈਗਾ ਇਹੀ ਕੰਮ ਥੋੜੀ ਨਾ ਕਰਦਾ ਹੈ ਅਗਲਾ ਆਦਮੀ। ਉਹ ਜਿਹੜਾ ਹੈਗਾ ਆਪਣੇ ਨਹਾਉਂਦਾ ਵੀ ਹੈ, ਧੋਂਦਾ ਵੀ ਆ, ਆਪਣੀ ਫੈਮਿਲੀ ਪਾਲ ਰਿਹਾ, ਕੰਮ ਕਰ ਰਹੇ, ਉਹਦੇ ਜਿਹੜਾ ਬੱਚਿਆਂ ਨੂੰ ਵੀ ਦੇਖਦਾ ਹੈ, ਸੌਂਦਾ ਵੀ ਹੈਗਾ। ਮੁਹਾਵਰਾ ਹੈਗਾ ਭਾਈ ਰਾਤ ਦਿਨ ਦਾ। ਬੈਂਟ ਆਫ ਮਾਈਂਡ ਕਹਿਣ ਦਾ ਭਾਵ ਹੈ ਬੈਂਟ ਆਫ ਮਾਈਂਡ। ਆਪਣੇ ਅੰਦਰ ਕੀ ਹੈਗਾ, ਆਪਣੀ ਖਿੱਚ ਕਿਹੜੇ ਪਾਸੇ ਨੂੰ ਹੈਗੀ ਆ। ਜੋਗੀ ਜੁਗਤ ਚਿੱਤ ਦੀ ਅਵਸਥਾ ਵੇ ਜਿਹੜੀ ਸੁਰਤੀ ਉਹਦੀ 24 ਘੰਟੇ ਕਿੱਥੇ ਲੱਗੀ ਰਹਿੰਦੀ ਹੈ। ਵੱਧ ਤੋਂ ਵੱਧ ਸਮਾਂ ਕਿੰਨਾ ਕੁ ਜਿਹੜਾ ਉਹ ਵੈਲਿਊਏਬਲ ਟਾਈਮ ਹੈ ਉਹ ਦਿੰਦਾ ਕਿ ਨਹੀਂ ਦਿੰਦਾ। ਹਾਂ ਆਪਾਂ ਦੇਖ ਲਓ ਕਿੰਨਾ ਮਰਜ਼ੀ ਜਿਹੜਾ ਹੈਗਾ ਆਪਾਂ ਬਿਜ਼ੀ ਹੋਈਏ, ਜਿਹੜਾ ਇੰਟਰਟੇਨਮੈਂਟ ਹੈਗਾ ਆਪਣਾ ਉਹ ਆਪਾਂ ਨੇ ਸਮਾਂ ਕੱਢ ਹੀ ਲੈਣਾ ਉਹਦੇ ਵਾਸਤੇ, ਕਿਉਂਕਿ ਉਹ ਹਮੇਸ਼ਾ ਦਿਮਾਗ ਦੇ ਵਿੱਚ ਰਹਿੰਦਾ। ਜੋਗੀ ਜੁਗਤ ਸਹਿਜ ਕਰ ਵਾਸੈ, ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਪੀਖਿਆ ਭਾਏ ਸ਼ਬਦੇ ਤ੍ਰਿਪਤਾਸੈ। ਇਹਦੇ ਨਾਲ ਤ੍ਰਿਪਤਾਸ ਹੋ ਜਾਏਗਾ, ਬਿਲਕੁਲ ਰੱਜ ਜਾਏਗਾ ਭਾਈ। ਰਹਾਓ ਪੰਚ ਬੈਲ ਗੱਡੀਆਂ ਦੇ ਧਾਰੀ। ਦੇਖੋ ਜਿਹੜੀਆਂ ਹੈਗੀਆਂ ਅੱਖਾਂ, ਕੰਨ, ਜੀਭ, ਇਹ ਜਿਹੜੇ ਹੈਗੇ ਨੱਕ, ਚਮੜੀ, ਇਹ ਗਿਆਨ ਇੰਦਰੀਆਂ ਹੈਗੀਆਂ ਭਾਈ। ਇਹ ਬੈਲ ਹੈਗੇ ਆਪਣੇ। ਦੇਖ ਲਓ ਜਿੱਧਰ ਨੂੰ ਗਿਆਨ ਦਿੰਦੇ ਆ, ਜਿੱਧਰ ਨੂੰ ਚੋਗਾ ਦਿਖਾਉਂਦੇ ਆ, ਉਸੇ ਪਾਸੇ ਨੂੰ ਗੱਡੀ ਤੁਰ ਪੈਂਦੀ ਆ ਆਪਣੀ। ਆ 5 ਬੈਲ ਆ ਇਨਸਾਨ ਆਪਣਾ, ਆਪਾਂ ਗੱਡੀ ਹੈਗੇ ਆ ਭਾਈ। ਇਹ ਗੱਡੀ ਨੂੰ ਲੈ ਜਾਂਦੇ ਆ ਭਾਈ, ਸਰੀਰ ਨੂੰ ਉਸੇ ਪਾਸੇ ਨੂੰ ਜਾਂਦਾ ਹੈ, ਫਿਰ ਸਰੀਰ ਜਿਹੜਾ ਹੈਗਾ ਭੋਗਦਾ ਹੈ। ਪੰਚ ਬੈਲ ਗੱਡੀਆਂ ਦੇ ਧਾਰੀ। ਦੇਖ ਲਓ ਪਹਿਲੀ ਪਾਤਸ਼ਾਹੀ ਦਾ ਗਿਆਨ ਭਾਈ। ਆ ਗੱਡੀ ਹੈਗੀ ਭਾਈ, ਬੈਲ ਗੱਡੀ ਹੈਗੀ। ਆ ਦੇ ਸਰੀਰ ਆ ਮਿਲਿਆ ਹੈ ਆਪਾਂ ਨੂੰ, 5 ਬੈਲ ਹੈਗੇ ਆ। ਰਾਮ ਕਲਾ ਨਿਭੈ ਪਤ ਸਾਰੀ।
ਉਹ ਰਾਮ ਦੀ ਕਲਾ ਹੈ ਭਾਈ। ਇਹਦੇ ਨਾਲ ਜਿਹੜਾ ਹੈਗਾ ਪਰਮੇਸ਼ਰ ਨੇ ਜਿਹੜਾ ਹੈਗਾ ਜੋਤ ਦਿੱਤੀ ਆਪਣੀ, ਔਰ ਆਪਣੇ ਕੋਲ ਜਿਹੜੀ ਹੈਗੀ ਆ ਰਾਮ ਦੀ ਕਲਾ ਆ ਜਿਹੜੀ ਹੈਗੀ, ਮਹਾਰਾਜ ਨੇ ਗਿਆਨ ਵੀ ਦਿੱਤਾ ਹੈ, ਗੁਰੂ ਵੀ ਹੈਗੇ, ਬ੍ਰਹਮ ਗਿਆਨ ਵੀ ਹੈਗਾ ਆਪਣੇ ਕੋਲ। ਜੇ ਇਹਨੂੰ ਲੈ ਲਾਂਗੇ ਭਾਈ ਤੇ ਨਿਭ ਜਾਏਗੀ ਪੱਤ ਦੇ ਨਾਲ ਆਪਣਾ ਗੁਜ਼ਰ ਜਾਏਗਾ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈਗੀ, ਇਹਨੂੰ ਆਪਾਂ ਭੁਲਾ ਲਵਾਂਗੇ। ਨਹੀਂ ਤਾਂ ਤਰ ਟੂਟੀ ਗਾਡੋ ਸਿਰ ਭਾਰ। ਲਓ ਉਹਦਾ ਜਿਹੜਾ ਉਹ ਟੁੱਟ ਗਿਆ ਜਿਹੜਾ ਹੈਗਾ ਉਹਦਾ ਧੁਰਾ ਟੁੱਟ ਗਿਆ ਗੱਡੀ ਦਾ ਧੁਰਾ ਤਾਂ ਟੁੱਟਣਾ ਹੀ ਟੁੱਟਣਾ ਹੈ ਭਾਈ। ਬਸ ਉਹ ਗੱਡੀ ਜਿਹੜੀ ਉੱਥੇ ਹੀ ਥੱਲੇ ਆ ਜਾਂਦੀ ਹੈ, ਸਿਰ ਭਾਰ ਆ ਜਾਂਦਾ, ਆਦਮੀ ਵੀ ਜਿਹੜਾ ਹੈਗਾ ਖਤਮ ਹੋ ਗਈ ਭਾਈ, ਸਮਾਂ ਖਤਮ ਹੋ ਗਿਆ, ਮਨੁੱਖੀ ਸਰੀਰ ਜਿਹੜਾ ਹੈਗਾ ਐਂਡ ਹੋ ਗਿਆ। ਤੇਰੀ ਯਾਤਰਾ ਦਾ ਐਂਡ ਹੁਣ ਮਾਰਕਿੰਗ ਸ਼ੁਰੂ ਹੈ, ਮਾਰਕਿੰਗ ਹੋਏਗੀ ਹੁਣ। ਤਰ ਟੂਟੀ ਗਾਡੋ ਸਿਰ ਪਹਾੜ, ਲੱਕੜੀ ਬਿਖਰ ਜਰੀ ਮੰਝ ਭਾਰ। ਕਹਿੰਦੇ ਸਾਰੀਆਂ ਲੱਕੜਾਂ ਲੁਕੜਾਂ ਹੁਣ ਸਾਰੇ ਬਿਖਰ ਗਈਆਂ, ਇਹਦੀਆਂ ਹੱਡੀਆਂ ਉੱਡੀਆਂ ਸਾਰੀਆਂ ਬਸ ਹੁਣ ਸੜ ਗਏ, ਹੁਣ ਕੰਡਮ ਕਿਸੇ ਕੰਮ ਦੀਆਂ ਨਹੀਂ ਹੈ ਭਾਈ। ਮੰਝ ਪਾਰ ਕੀ ਹੈਗਾ ਬਈ? ਇਹਦਾ ਜੋ ਕੁਛ ਕਰਮਾਂ ਦੇ ਨਾਲ ਜੋ ਆਪਾਂ ਨੇ ਜਿਹੜਾ ਹੈਗਾ ਇਕੱਠਾ ਕੀਤਾ ਹੋਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿੱਧਰ ਆਪਾਂ ਨੇ ਕਾਰਨ ਸਿਰ ਵਧਾਇਆ ਆ, ਬਸ ਉਹਦਾ ਭਾਰ ਦੇ ਨਾਲ। ਸੁਖਜੀਤ ਜੀ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਹਰਿੰਦਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮਾਰਕਿੰਗ ਹੋਣੀ ਆ, ਮਾਰਕਿੰਗ ਐਂਡ 'ਚ ਹੋਣੀ ਹੈ ਕਿ ਮਾਰਕਿੰਗ ਹਮੇਸ਼ਾ ਹੀ ਹੁੰਦੀ ਰਹਿੰਦੀ ਤੁਹਾਡੀ ਮਾਰਕੀਟ ਐਜ਼ ਯੂਰ ਲਾਈਫ ਗੋਜ਼ ਔਨ? ਮਾਰਕਿੰਗ ਜਿਹੜੀ ਹੈਗੀ ਹੁਣ ਨੈਕਸਟ ਜਰਨੀ ਦੇ ਵਾਸਤੇ ਤਾਂ ਐਂਡ 'ਚ ਹੀ ਹੋਏਗੀ ਨਾ। ਨੈਕਸਟ ਜਿਹੜੀ ਹੈਗੀ ਹੈ, ਨੈਕਸਟ ਕੀ ਹੋਣਾ ਹੈ ਉਹ ਤਾਂ ਐਂਡ 'ਚ ਹੋਏਗੀ ਨਾ। ਠੀਕ, ਹਾਂ। ਪਰ ਭਾਜੀ ਜਿਹੜੀ ਐਵਰੀ ਡੇ ਕਰਮ, ਉਹ ਆਪਾਂ ਨੇ ਮਾਰਕਿੰਗ ਕਰਨੀ ਆ, ਉਹ ਆਪਾਂ ਨੇ ਕਰਨੀ ਹੈ ਮਾਰਕਿੰਗ, ਆਪਾਂ ਨੇ ਕਰਨੀ ਆ ਉਹ। ਪਰ ਨੀਰਜ ਸਾਹਿਬ, ਜਿੱਦਾਂ ਚਰਨਜੀਤ ਜੀ ਕਹਿੰਦੇ ਆ ਵੀ ਐਵਰੀ ਡੇ ਵਾਲੇ ਵੀ ਤੁਹਾਡੇ ਉਹ ਐਡ ਅਪ ਹੋ ਹੀ ਜਾਂਦਾ ਨਾ, ਤੁਹਾਡਾ ਹਿਸਾਬ ਕਿਤਾਬ ਜਿਹੜਾ ਹੈਗਾ। ਬਿਲਕੁਲ ਉਹ ਤਾਂ ਹੋ ਹੀ ਰਿਹਾ ਆ, ਉਹ ਤਾਂ ਹੋ ਹੀ ਰਿਹਾ। ਤੁਹਾਡੇ ਜਿਹੜੇ ਹੈਗੇ ਇਹ ਖੇਤ ਸਰੀਰ 'ਚ ਜੋ ਕੁਛ ਵੀ ਬੀਜ ਰਹੇ ਆ, ਜਿੱਥੇ ਵੀ ਆਪਾਂ ਨੂੰ ਸਵਾਸ ਦਿੱਤੇ ਆ, ਜਿੱਥੇ ਵੀ ਇਨਵੈਸਟਮੈਂਟ ਕੀਤੀ ਹੈ ਆਪਾਂ ਨੇ, ਭਾਵੇਂ ਨੈਗੇਟਿਵ ਪੋਜ਼ੀਟਿਵ, ਉਹਦੀ ਆਪਾਂ ਨੂੰ ਐਂਡ ਰਿਜ਼ਲਟ ਆਉਣਾ ਹੀ ਆਉਣਾ ਹੈ। ਬਸ ਆਹ ਹੈ, ਉਹਦੀ ਅਕਿਊਮੂਲੇਸ਼ਨ ਹੁੰਦੀ ਰਹਿੰਦੀ ਹੈ, ਐਂਡ 'ਚ ਡੈਬਿਟ ਐਂਡ ਕ੍ਰੈਡਿਟ ਫਿਰ ਬੈਲੈਂਸ ਹੋਏਗਾ। ਬਿਲਕੁਲ। ਫਿਰ ਉਹਦੇ ਨਾਲ ਜਿਹੜਾ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਦੂਰ, ਹਾਂ ਕਰਮੀ ਆਪੋ ਆਪਣੀ ਨੇੜੇ। ਕੋਈ ਨੇੜੇ ਹੋ ਜਾਣਗੇ ਜੇ ਉਹ ਪਲੱਸ ਹੋਏ ਹੋਣਗੇ, ਤੇ ਜੇ ਕੋਈ ਨੈਗੇਟਿਵ ਹੋ ਗਏ ਤਾਂ ਉਹ ਦੂਰ ਹੋ ਜਾਣਗੇ। ਉਸ ਤਰ੍ਹਾਂ ਦਾ ਉਹਨੂੰ ਉਸ ਤਰ੍ਹਾਂ ਦੇ ਉਹ ਸਿਸਟਮ ਦੇ ਵਿੱਚ ਚਲੇ ਜਾਓਗੇ। ਹਾਂ, ਜੇ ਨਾਮ ਧਿਆ ਕੇ ਜਿਉਂਦੇ ਜੀ ਆਪਣੀ ਮੈਂ ਨੂੰ ਮਾਰ ਕੇ ਇਹ ਜਿਹੜਾ ਜੀਵਨ ਮਰਨ ਦੀ ਸੋਝੀ ਜਦੋਂ ਤੁਹਾਨੂੰ ਜਿਉਂਦਿਆਂ ਜੀ ਇਸ ਧਿਆਨ ਸਾਧਨਾ ਦੇ ਵਿੱਚ ਮਿਲ ਗਈ, ਫਿਰ ਤੁਸੀਂ ਮੁਕਤ ਹੋ ਗਏ। ਬਸ ਫਿਰ ਤੁਹਾਨੂੰ ਉਧਰ ਲੇਖਾ ਖਤਮ ਹੋਣਾ। ਇਹ ਹੈ ਬਸ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਹਾਂ, ਹੁਣ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ ਦੇਖ ਤੇਰੀ ਗੱਡੀ ਚੱਲ ਰਹੀ ਆ, 5 ਬੈਲ ਹੈਗੇ ਆ, ਦੇਖ ਲਾ ਪਿਆਰਿਆ, ਇਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਦੇ ਹੱਥ 'ਚ ਕਮਾਂਡ ਨਾ ਦੇ ਤੇ ਵਿਚਾਰ ਲਾ, ਬੈਲਾਂ ਨੂੰ ਆਪ ਜਿਹੜਾ ਹੈਗਾ ਤੋਰ ਲਾ। ਆਪਾਂ ਜਿਹੜੇ ਹੈਗੇ ਬੈਲਾਂ ਨੂੰ ਆਪਾਂ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਹੈਗਾ ਅੰਦਰ ਆਤਮਾ ਵੱਲ ਨੂੰ ਤੋਰਨਾ ਹੈ ਭਾਈ। ਫਿਰ ਜਿਹੜੇ ਹੈਗੇ ਇੱਕ ਵਾਰੀ ਮਨ ਨੂੰ ਪਤਾ ਲੱਗ ਗਿਆ, ਫਿਰ ਇਹ ਤੰਗ ਨਹੀਂ ਕਰਦੇ। 5 ਬੈਲ ਗੱਡੀਆਂ ਦੇ ਧਾਰੀ, ਰਾਮ ਕਲਾ ਨਿਭੈ ਪਤ ਸਾਰੀ, ਤਰ ਟੂਟੀ ਗਾਡੋ ਸਿਰ ਭਾਰ। ਹੋ ਗਿਆ ਕਾਰਵਾਈ ਖਤਮ। ਲੱਕੜੀ ਬਿਖਰੀ ਜਰੀ ਮੰਝ ਭਾਰ। ਬਸ ਹੋ ਗਿਆ ਭਾਈ। ਪਤਾ ਹੀ ਨਹੀਂ ਲੱਗਦਾ, ਯਾਤਰਾ ਦੇ ਵਿਚਾਲੇ ਹੀ ਜਿਹੜਾ ਹੈਗਾ ਐਂਡ ਆ ਜਾਂਦਾ ਹੈ। ਗੁਰ ਕਾ ਸ਼ਬਦ ਵਿਚਾਰ ਜੋਗੀ। ਦੇਖੋ ਫਿਰ ਕਹਿ ਰਿਹਾ ਪਿਆਰਿਆ, ਹਾਲੇ ਸਮਾਂ ਹੈਗਾ। ਆਪਾਂ ਨੂੰ ਕਹਿ ਰਿਹਾ ਕੋਈ ਜੋਗੀ ਹੈ ਜਿਹੜੇ ਹੈਗੇ, ਇਹ ਭਗਵਿਆਂ ਵਾਲਿਆਂ ਨੂੰ ਨਹੀਂ ਕਹਿ ਰਹੇ ਭਾਈ, ਆਪਾਂ ਨੂੰ ਕਹਿ ਰਹੇ। ਗੁਰ ਕਾ ਸ਼ਬਦ ਵਿਚਾਰ ਜੋਗੀ, ਕਹਿੰਦੇ ਵਿਚਾਰ ਲਾ ਬਾਣੀ ਜਿਹੜੀ ਹੈਗੀ, ਦੇਖ ਲਾ ਗੁਰੂ ਦਾ ਸ਼ਬਦ ਹੈਗੇ, ਵਿਚਾਰ ਲਾ। ਆ ਜਾ ਇੱਕ ਜਿਹੜਾ ਹੈਗਾ ਭਗਤੀ ਦੇ ਉੱਤੇ। ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁੱਖ ਸਮ ਕਰਨਾ ਸੋਗ ਵਿਯੋਗੀ। ਕਹਿੰਦੇ ਦੁੱਖ ਔਰ ਸੁੱਖ ਤੇਰੇ ਕਿਰਤ ਹੈਗੀ ਪਿਛਲੀ, ਉਹਨੂੰ ਸਮ ਕਰ ਲਾ। ਦੁੱਖ ਵੀ ਆ ਗਿਆ, ਸੁੱਖ ਵੀ ਆ ਗਿਆ, ਬਸ ਤੈਨੂੰ ਯਾਦ ਰਹੇ ਵੀ ਮਾਲਕ ਤੋਂ ਤੇਰਾ ਵਿਯੋਗ ਹੈਗਾ, ਮਾਲਕ ਦੇ ਨਾਲ ਮਿਲਣਾ ਹੈਗਾ। ਆ ਤੇਰੇ ਅੰਦਰ ਖਿੱਚ ਹੋਏ, ਤੇਰੇ ਅੰਦਰ ਸੋਗ ਹੋਏ ਵੀ ਮੈਂ ਮਾਲਕ ਤੋਂ ਵਿਛੜਿਆ ਹੋਇਆ ਹੈ। ਤੇਰੇ ਅੰਦਰ ਜਿਹੜਾ ਹੈਗਾ ਆ ਤੇਰੇ ਅੰਦਰ ਦੁੱਖ ਹੋਏ ਇਸ ਗੱਲ ਦਾ, ਤਾਂ ਭਗਤੀ ਕਰੇਗਾ ਪਿਆਰਿਆ।
गुर का शब्द विचार जोगी, दुख सुख सम करना सोग वियोगी, भुगत नाम गुर शब्दे विचारी। ਲਓ ਜਿਨ੍ਹਾਂ ਨੇ ਆ ਦੇਖੋ ਕਹਿੰਦੇ ਗੁਰ ਕਾ ਸ਼ਬਦ ਵਿਚਾਰ ਜੋਗੀ। ਹੁਣ ਜਿਹੜੇ ਜੋਗੀਆਂ ਨੇ ਜਿਹੜੀ ਹੈਗੀ ਆ ਵਿਚਾਰ ਲਈ, ਭੁਗਤੇ ਨਾਮ ਗੁਰ ਸ਼ਬਦੇ ਵਿਚਾਰੀ, ਵਿਚਾਰ ਲਿਆ ਭਾਈ ਗੁਰੂ ਦੇ ਸ਼ਬਦ ਨੂੰ। ਗੁਰੂ ਜੋ ਮੱਤ ਦੇ ਰਹੇ ਆ ਉਹਨਾਂ ਨੇ ਨਾਮ ਵਾਲਾ ਜਿਹੜਾ ਭੋਜਨ, ਭੁਗਤ ਕਹਿੰਦੇ ਖੁਰਾਕ, ਧਿਆਨ ਸਿਮਰਨ ਨੂੰ ਆਇਆ ਨਾਮ ਦੀ ਖੁਰਾਕ, ਜਿਹੜੇ ਆ ਖੁਰਾਕ ਆ ਲੈਣ ਲੱਗ ਪਏ ਭਾਈ। ਭੁਗਤੇ ਨਾਮ ਗੁਰ ਸ਼ਬਦੇ ਵਿਚਾਰੀ, ਅਸਥਿਰ ਕੰਧ ਜਪੈ ਨਿਰੰਕਾਰੀ। ਕੀ ਕਰ ਰਿਹਾ? ਨਿਰੰਕਾਰ ਨੂੰ ਜਪ ਰਿਹਾ। ਜਪਣਾ ਕੀ ਆ? ਮਾਲਕ ਵੱਲ ਧਿਆਨ ਹੋ ਗਿਆ। ਕਹਿੰਦੇ ਉਹਦਾ ਸਰੀਰ ਅਸਥਿਰ। ਉਹ ਅਸਥਿਰ ਦਾ ਮਤਲਬ ਬਈ ਉਹਨੇ ਮਨੁੱਖਾ ਜਿਹੜੀ ਹੈਗੀ ਇਹ ਜਿਹੜੀ ਦੇਹ ਹੈਗੀ ਇਹਨੂੰ ਕੈਸ਼ ਕਰਾ ਲਿਆ। ਇਹ ਮਨੁੱਖ ਜਾਮਾ ਜਿਹੜਾ ਮਿਲਿਆ ਇਹਨੂੰ ਕੈਸ਼ ਕਰਾ ਲਿਆ। ਅਸਥਿਰ ਦਾ ਮਤਲਬ ਹੈਗਾ ਭਾਈ ਉਹਨੇ ਜਿਹੜਾ ਹੈਗਾ ਇਹ ਜਿਹੜੀ ਹੈਗੀ ਇਹਦਾ ਇਹ ਜਿਹੜੀ ਲਾਹਾ ਜਾਂ ਮਜੂਰੀ ਲੈ ਲਈ ਇਹਦੀ। ਹਾਂ, ਅਸਥਿਰ ਕੰਧ ਜਪੈ ਨਿਰੰਕਾਰੀ, ਸਹਿਜ ਜਗੋਟਾ ਬੰਧਨ ਤੇ ਛੂਟਾ। ਆ ਸਹਿਜ ਦੀ ਜਿਹੜੀ ਹੈਗੀ ਉਹਨੇ ਜਗੋਟਾ ਪਾ ਲਿਆ, ਲੰਗੋਟੀ ਪਾ ਲਈ ਭਾਈ। ਸਹਿਜ ਆ ਗਿਆ ਉਹਦੇ ਅੰਦਰ। ਸਹਿਜ ਕਹਿੰਦੇ ਆ ਭਾਈ ਵਿਚਾਰ ਜਿਹੜੇ ਹੈਗੇ, ਅਡੋਲ ਅਵਸਥਾ ਆ ਗਈ ਮਨ ਦੀ। ਬਸ ਮਨ ਦੀ ਬੰਧਨ ਕੀ ਸੀਗੇ? ਬੰਧਨ ਹੈਗੇ ਤੁਹਾਡੇ ਵਿਚਾਰ। ਕਾਮ ਕ੍ਰੋਧ ਲੋਭ ਮੋਹੰਕਾਰ ਵਿਚਾਰ ਹੈ। ਕਾਮ ਦਾ ਵਿਚਾਰ ਹੈ, ਕ੍ਰੋਧ ਦਾ ਵਿਚਾਰ ਹੈ, ਲੋਭ ਆ ਗਿਆ, ਮੋਹ ਆ ਗਿਆ, ਖਾਣ ਦੇ ਆ ਗਏ। ਸਹਿਜ ਜਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰ ਸ਼ਬਦੀ ਲੂਟਾ। ਪਹਿਲਾਂ ਜਿਹੜੇ ਕਾਮ ਕ੍ਰੋਧ ਲੋਭ ਮੋਹੰਕਾਰ ਆਪਾਂ ਨੂੰ ਲੁੱਟਦੇ ਸੀਗੇ, ਹੁਣ ਜਿਹੜੇ ਹੈਗੇ ਇਹਨਾਂ ਨੂੰ ਲੁੱਟ ਲਿਆ ਆਪਾਂ ਨੇ। ਰਿਵਰਸ ਹੋ ਗਈ ਐਕਸ਼ਨ। ਆ ਗੁਰੂ ਦੇ ਸ਼ਬਦ ਦੇ ਦੁਆਰਾ ਜਿਹੜੇ ਹੈਗੇ ਇਹਨਾਂ ਨੂੰ ਲੁੱਟ ਲਿਆ ਆਪਾਂ ਨੇ। ਸਹਿਜ ਜਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰ ਸ਼ਬਦੀ ਲੂਟਾ, ਮਨ ਮੈਂ ਮੁੰਦਰਾ ਹਰ ਗੁਰ ਸਰਣਾ। ਜੋ ਕਿ ਕੰਨਾਂ 'ਚ ਮੁੰਦਰਾ ਪਾਉਂਦੇ ਆ। ਮਹਾਰਾਜ ਕਹਿੰਦੇ ਆ ਬਈ, ਕਬੀਰ ਜੀ ਕਹਿੰਦੇ ਆ, ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਕਹਿੰਦੇ ਆ ਸੁਰਤ ਦੀ ਤੇ ਸਿਮਰਨ ਦੀ ਮਨ ਦੇ ਕੰਨਾਂ ਨੂੰ ਮੁੰਦਰਾ ਪਵਾ, ਆਪਣੇ ਕੰਨਾਂ ਨੂੰ, ਫਿਜ਼ੀਕਲ ਨੂੰ ਨਹੀਂ। ਮਨ ਮੈਂ ਮੁੰਦਰਾ, ਆ ਪਹਿਲੀ ਪਾਤਸ਼ਾਹੀ ਵੀ ਸੇਮ ਚੀਜ਼ ਕਹਿ ਰਹੀ ਹੈ। ਮਨ ਮੈਂ ਮੁੰਦਰਾ ਹਰ ਗੁਰ ਸਰਣਾ। ਆਇਆ ਹਰੀ ਦੀ, ਉਹ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ। ਕਹਿੰਦੇ ਗੁਰੂ ਦੀ ਸ਼ਰਨ ਚਲੇ ਜਾ, ਮੇਰੀ ਸ਼ਰਨ 'ਚ ਆ ਜਾਏਗਾ। ਦੋਨਾਂ ਦੀ ਇੱਕੋ ਹੀ ਸ਼ਰਨ ਹੈਗੀ ਭਾਈ। ਮਨ ਮੈਂ ਮੁੰਦਰਾ ਹਰ ਗੁਰ ਸਰਣਾ, ਨਾਨਕ ਰਾਮ ਭਗਤ ਜਨ ਤਰਨਾ। ਆਇਆ ਰਾਮ ਦੀ ਭਗਤੀ। ਭਗਤ ਜਿੱਥੇ ਤੱਤੇ ਦੀ ਸਿਆਰੀ ਨਾ ਆਇਆ, ਉਹ ਭਗਤੀ ਹੁੰਦੀ ਹੈ। ਜੇ ਭਗਤ ਜਿਹੜਾ ਹੈਗਾ ਨਾਉਨ ਬਣ ਕੇ ਭਗਤੀ ਕਰਨ ਵਾਲਾ ਆਏਗਾ ਤੇ ਭਾਈ ਉਹ ਤੱਤਾ ਮੁਕਤਾ ਹੋਏਗਾ ਜਾਂ ਔਂਕੜ ਲੱਗੀ ਹੋਏਗੀ। ਜੇ ਭਗਤੀ ਤੱਤੇ ਦੀ ਬਿਹਾਰੀ ਆ ਗਈ ਤੇ ਉਹ ਤਾਂ ਭਗਤੀ ਤਾਂ ਆਟੋਮੈਟਿਕਲੀ ਭਗਤੀ ਹੀ ਹੈਗੀ ਹੈ। ਆ ਗੁਰਬਾਣੀ ਦੀ ਵਿਆਕਰਣ ਹੈ, ਗੁਰਬਾਣੀ ਦੀ ਡਿਕਸ਼ਨਰੀ ਹੈਗੀ ਭਾਈ। ਰਾਮ ਨਾਨਕ ਰਾਮ ਭਗਤ ਜਨ ਤਰਨਾ। ਇਸੇ ਦੇ ਨਾਲ ਜਿਹੜਾ ਹੈਗਾ, ਜਿਹੜੇ ਜਨ ਹੁੰਦੇ ਆ, ਜਿਹੜੇ ਭਗਤੀ ਕਰਨ ਵਾਲੇ ਹੁੰਦੇ ਆ, ਕਹਿੰਦੇ ਉਹ ਤਰ ਜਾਂਦੇ ਆ ਸੰਸਾਰ ਸਮੁੰਦਰ ਤੋਂ। ਇਸ ਤਰੀਕੇ ਦੇ ਨਾਲ ਤਰਦੇ। ਆ ਜੀ 11 ਸ਼ਬਦਾਂ ਦੀ ਲੜੀ ਸੀਗੀ, ਪੂਰੀ ਹੋ ਗਈ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 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 ਵੀਰ ਜੀਓ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ